गुड इवनिंग गाइस। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਨਵਾਂ ਟੌਪਿਕ ਵੈਕਟਰ ਅਲਜੈਬਰਾ। ਤਾਂ ਪਹਿਲਾਂ ਆਪਾਂ ਇਹਦੇ ਕੁਝ ਕਨਸੈਪਟ ਡੀਲ ਕਰਾਂਗੇ ਤੇ ਫਿਰ ਅੱਜ ਐਮਸੀਕਿਊ ਵੀ ਆਪਾਂ ਕੁਝ ਕਰਾਂਗੇ। ਦੇ ਬਿਲਕੁਲ ਆਸਾਨ ਜਿਹਾ ਟੌਪਿਕ ਹੈ, ਜ਼ਿਆਦਾ ਡਿਫਿਕਲਟ ਨਹੀਂ ਹੈਗਾ। ਜਿਹਨੇ 2D ਐਂਡ 3D ਕੀਤਾ ਹੋਇਆ ਉਹਨੂੰ ਬਿਲਕੁਲ ਈਜ਼ੀ ਲੱਗੇਗਾ, ਕਿਉਂਕਿ ਲਗਭਗ ਇਹ 2D ਤੇ 3D ਦੇ ਬੇਸਡ ਹੁੰਦਾ। ਬਹੁਤ ਸਾਰੇ ਕਨਸੈਪਟ ਇਹਦੇ ਵਿੱਚ 2D ਐਂਡ 3D ਦੇ ਹੀ ਹੁੰਦੇ ਆ ਤੇ ਕੁਝ ਆਪਦੇ ਵੀ ਕਨਸੈਪਟ ਹੁੰਦੇ ਆ ਵੈਕਟਰ ਦੇ। ਤਾਂ ਆਪਾਂ ਡੀਲ ਕਰ ਲਵਾਂਗੇ ਕਿੱਦਾਂ ਕਰਨੇ। ਤਾਂ ਇੱਕ ਵਾਰ ਤੁਸੀਂ ਸਾਰੇ ਜਣੇ ਦੱਸ ਦਿਓ ਕਿ ਆਡੀਓ ਵੀਡੀਓ ਬਿਲਕੁਲ ਕਲੀਅਰ ਹੈ। ਫਿਰ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਵੈਕਟਰ ਅਲਜੈਬਰਾ। ਠੀਕ ਹੈ ਜੀ। ਓਕੇ, ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੈਕਟਰ ਦੀ। ਵੈਕਟਰ ਹੁੰਦਾ ਕੀ ਹੈ, ਅਸਲ ਦੇ ਵਿੱਚ ਆਪਾਂ ਵੈਕਟਰ ਕਿਹਨੂੰ ਕਹਿੰਦੇ ਆ। ਤਾਂ ਦੇਖੋ, ਇੱਕ ਵੈਕਟਰ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਸਕੇਲਰ ਦੀ। ਸਕੇਲਰ ਉਹ ਵਰਡ ਹੁੰਦਾ ਹੈ, ਮਤਲਬ ਜਿਹਦਾ ਕੀ ਹੁੰਦਾ, ਸਿਰਫ ਮੈਗਨੀਚਿਊਡ ਹੁੰਦਾ। ਕੀ ਹੁੰਦਾ? ਸਿਰਫ ਮੈਗਨੀਚਿਊਡ। ਇਹਦੀ ਕੋਈ ਵੀ ਡਾਇਰੈਕਸ਼ਨ ਨਹੀਂ ਹੁੰਦੀ, ਸਿਰਫ ਇਹਦਾ ਕੀ ਹੋਏਗਾ, ਮੈਗਨੀਚਿਊਡ ਹੋਏਗਾ। ਜਿਵੇਂ ਆਪਾਂ ਲਿਖਤਾ 5, ਹੁਣ ਇਹ 5 ਕੀ ਹੈ? ਸਿੰਪਲ ਮੈਗਨੀਚਿਊਡ ਹੈ 5। ਇਹਦੀ ਕੋਈ ਡਾਇਰੈਕਸ਼ਨ ਨਹੀਂ ਹੈਗੀ, ਕੁਛ ਨਹੀਂ ਹੈਗਾ। ਤਾਂ ਇਹ ਸਿਰਫ ਕੀ ਹੈ? ਇੱਕ ਸਕੇਲਰ ਕੁਆਂਟਿਟੀ ਹੈ 5। ਆਪਾਂ 4 ਲਿਖ ਦੇਵਾਂਗੇ, ਇਹ ਕੀ ਹੋ ਗਿਆ ਆਪਣੇ ਕੋਲ? ਸਕੇਲਰ ਕੁਆਂਟਿਟੀ ਹੋ ਗਈ, ਕਿਉਂਕਿ ਇਹਦਾ ਸਿਰਫ ਆਪਣੇ ਕੋਲ ਕੀ ਆ ਰਿਹਾ? ਮੈਗਨੀਚਿਊਡ ਆ ਰਿਹਾ, ਨਾ ਕਿ ਇਹਦਾ ਕੋਈ ਆਪਣੇ ਕੋਲ ਡਾਇਰੈਕਸ਼ਨ ਆ ਰਹੀ ਹੈ। ਤਾਂ ਇਸੇ ਤਰ੍ਹਾਂ ਆਪਾਂ ਮਾਸ ਬੋਲ ਦਈਏ, ਠੀਕ ਹੈ ਜੀ, ਲੈਂਥ ਬੋਲ ਦਈਏ, ਬਹੁਤ ਸਾਰੇ ਐਗਜ਼ਾਮਪਲ ਹੁੰਦੇ ਨੇ ਸਕੇਲਰ ਦੇ, ਵੋਲਿਊਮ ਬੋਲ ਦਈਏ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਭ, ਇਹਨਾਂ ਦਾ ਸਿਰਫ ਕੀ ਹੁੰਦਾ? ਆਪਣੇ ਕੋਲ ਮੈਗਨੀਚਿਊਡ ਹੀ ਹੁੰਦਾ ਹੈ, ਡਾਇਰੈਕਸ਼ਨ ਨਹੀਂ ਹੁੰਦੀ। ਤਾਂ ਇਹਨਾਂ ਨੂੰ ਆਪਾਂ ਬੋਲਦੇ ਹਾਂ ਸਕੇਲਰ। ਤਾਂ ਫਿਰ ਵੈਕਟਰ ਕੀ ਹੋ ਜਾਵੇਗਾ? ਵੈਕਟਰ ਆਪਣੇ ਕੋਲ ਉਹ ਹੋ ਜਾਵੇਗਾ ਜਿਹਦਾ ਮੈਗਨੀਚਿਊਡ ਤਾਂ ਹੋਵੇ, ਕਿ ਮੈਗਨੀਚਿਊਡ ਤਾਂ ਹੋਵੇ, ਬਟ ਉਹਦੀ ਨਾਲ ਕੀ ਹੋਵੇ? ਡਾਇਰੈਕਸ਼ਨ ਵੀ ਹੋਵੇ। ਮੈਗਨੀਚਿਊਡ ਤਾਂ ਹੋਣਾ ਹੀ ਹੋਣਾ ਚਾਹੀਦਾ, ਮੈਗਨੀਚਿਊਡ ਪਲੱਸ ਡਾਇਰੈਕਸ਼ਨ ਹੋਵੇ, ਠੀਕ ਹੈ ਜੀ। ਉਹਨੂੰ ਆਪਾਂ ਬੋਲਾਂਗੇ ਵੈਕਟਰ। ਇਹਨਾਂ ਦੋਨਾਂ ਤੋਂ ਬਣਦਾ ਆਪਣਾ ਵੈਕਟਰ, ਜਿਹਦੇ ਕੋਲ ਮੈਗਨੀਚਿਊਡ ਵੀ ਹੋਵੇ ਤੇ ਡਾਇਰੈਕਸ਼ਨ ਵੀ ਹੋਵੇ। ਠੀਕ ਹੈ, ਬਿਲਕੁਲ ਬੇਸਿਕ ਤੋਂ ਸ਼ੁਰੂ ਕਰ ਰਹੇ ਹਾਂ ਆਪਾਂ, ਤਾਂ ਧਿਆਨ ਨਾਲ ਸਮਝਦੇ ਜਾਓ ਕੀ ਗੱਲ ਹੈ। ਠੀਕ ਹੈ ਜੀ, ਮੈਗਨੀਚਿਊਡ ਵੀ ਹੋਵੇ ਤੇ ਡਾਇਰੈਕਸ਼ਨ ਵੀ ਹੋਵੇ। ਹੁਣ ਜਿਵੇਂ ਆਪਾਂ ਲਿਖਤਾ 0, ਸਿੰਪਲ 0 ਲਿਖ ਦਿੱਤਾ, ਤਾਂ ਇਹ 0 ਕੀ ਹੈ? ਵੈਕਟਰ ਹੈ ਜਾਂ ਸਕੇਲਰ ਹੈ? 0 ਵੈਕਟਰ ਹੈ ਜਾਂ ਸਕੇਲਰ ਹੈ? ਕੌਣ ਦੱਸੇਗਾ? ਇਹ 0 ਕੀ ਹੈ? ਵੈਕਟਰ ਹੈ ਜਾਂ ਸਕੇਲਰ ਹੈ? ਤਾਂ ਇਹ ਆਪਣੇ ਕੋਲ ਹੈਗਾ ਜੀ ਸਕੇਲਰ, ਕਿਉਂਕਿ ਓਨਲੀ 0 ਮੀਨਸ ਇਹਦਾ ਇਕੱਲਾ ਮੈਗਨੀਚਿਊਡ 0 ਹੈ, ਬਾਕੀ ਕੁਛ ਨਹੀਂ ਪਤਾ ਆਪਾਂ ਨੂੰ ਡਾਇਰੈਕਸ਼ਨ। ਅਗਰ ਮੈਂ ਲਿਖ ਦੇਵਾਂ ਐਵੇਂ 0 ਉੱਪਰ ਲਗਾ ਦੇਵਾਂ ਵੈਕਟਰ, ਤਾਂ ਹੁਣੇ ਕੀ ਬਣ ਜਾਏਗੀ? ਹੁਣੇ 0 ਵੈਕਟਰ ਬਣ ਗਿਆ। ਕੀ ਬਣ ਜਾਏਗਾ? ਵੈਕਟਰ, ਕਿਉਂਕਿ ਇਹਦੀ ਆਪਾਂ ਨੂੰ ਡਾਇਰੈਕਸ਼ਨ ਵੀ ਨਾਲ ਦੀ ਨਾਲ ਹੁਣ ਪਤਾ ਚੱਲ ਰਹੀ ਹੈ। ਤਾਂ ਇਸੇ ਤਰ੍ਹਾਂ ਹੀ ਅਗਰ ਕੋਈ ਆਪਣੇ ਕੋਲ ਓਨਲੀ ਮੈਗਨੀਚਿਊਡ ਦੇਵੇ, ਉਹ ਹੁੰਦਾ ਸਕੇਲਰ। ਮੈਗਨੀਚਿਊਡ ਦੇ ਨਾਲ ਨਾਲ ਡਾਇਰੈਕਸ਼ਨ ਜੋ ਦੇਵੇ, ਉਹ ਹੁੰਦਾ ਵੈਕਟਰ। ਠੀਕ ਹੈ ਜੀ, ਕਲੀਅਰ। ਤਾਂ ਅਗਰ ਆਪਾਂ ਵੈਕਟਰ ਦੀ ਗੱਲ ਕਰੀਏ, ਮੰਨ ਲਓ ਆਪਣੇ ਕੋਲ ਇੱਕ ਲਾਈਨ ਹੈ, ਆ P ਪੁਆਇੰਟ ਹੈ, ਆ Q ਪੁਆਇੰਟ ਹੈ, ਆ ਵੈਕਟਰ ਹੈ, ਇਸ ਤਰ੍ਹਾਂ ਬਣਦਾ ਆਪਣੇ ਕੋਲ। ਤੇ ਜਿਹੜਾ P ਹੋਏਗਾ, P ਨੂੰ ਆਪਾਂ ਬੋਲਾਂਗੇ ਜਾਂ ਤਾਂ ਓਰੀਜਨ ਜਾਂ ਬੋਲਾਂਗੇ ਇਨੀਸ਼ੀਅਲ ਪੁਆਇੰਟ। ਮਤਲਬ ਜਿੱਥੋਂ ਵੈਕਟਰ ਕੀ ਹੋ ਰਿਹਾ, ਸਟਾਰਟ ਹੋ ਰਿਹਾ। P ਨੂੰ ਓਰੀਜਨ ਬੋਲਾਂਗੇ ਜਾਂ ਇਨੀਸ਼ੀਅਲ ਪੁਆਇੰਟ ਬੋਲਾਂਗੇ। Q ਤੇ ਆਪਣਾ ਵੈਕਟਰ ਕੀ ਹੋ ਰਿਹਾ? ਖਤਮ ਹੋ ਰਿਹਾ, ਤਾਂ ਜਾਂ ਤਾਂ ਇਹਨੂੰ ਬੋਲਾਂਗੇ ਐਂਡ ਪੁਆਇੰਟ, ਜਾਂ ਫਿਰ ਇਹਨੂੰ ਬੋਲਾਂਗੇ ਟਰਮੀਨਲ ਪੁਆਇੰਟ। ਠੀਕ ਹੈ ਜੀ, ਇਹ ਹੁੰਦਾ ਆਪਣਾ ਵੈਕਟਰ। ਇਹਨੂੰ ਆਪਾਂ ਇਸ ਤਰ੍ਹਾਂ ਸ਼ੋ ਕਰਦੇ ਹਾਂ, P ਆਪਣਾ ਓਰੀਜਨ ਜਾਂ ਇਨੀਸ਼ੀਅਲ ਪੁਆਇੰਟ, Q ਆਪਣਾ ਐਂਡ ਪੁਆਇੰਟ ਜਾਂ ਟਰਮੀਨਲ ਪੁਆਇੰਟ। ਫਿਰ ਇੱਕ ਆਪਣੇ ਕੋਲ ਇੱਥੇ ਨੋਟ ਹੈ, ਉਹ ਕੀ ਕਹਿੰਦਾ ਨੋਟ ਆਪਾਂ ਨੂੰ? ਵੀ ਜਿਹੜੇ ਇਹ ਪੁਆਇੰਟ ਹੁੰਦੇ ਨੇ ਦੋਨੋਂ P ਐਂਡ Q ਨੋਟ ਇੰਟਰਚੇਂਜੇਬਲ। ਕਿ ਆਪਾਂ P ਤੇ Q ਨੂੰ ਕੀ ਨਹੀਂ ਕਰ ਸਕਦੇ? ਇੰਟਰਚੇਂਜ ਨਹੀਂ ਕਰ ਸਕਦੇ, ਕਿ ਆਪਾਂ Q ਦੀ ਥਾਂ ਤੇ P ਲਿਖ ਦਈਏ ਜਾਂ P ਦੀ ਥਾਂ ਤੇ Q ਲਿਖ ਦਈਏ। ਏਦਾਂ ਆਪਣੇ ਕੋਲ ਪੋਸੀਬਲ ਨਹੀਂ ਹੁੰਦਾ। P ਐਂਡ Q ਨੋਟ ਇੰਟਰਚੇਂਜੇਬਲ। ਠੀਕ ਹੈ ਜੀ, ਇਹ ਸਿਰਫ ਸਾਰੀਆਂ ਗੱਲਾਂ ਆਪਾਂ ਹੋਈਆਂ ਵੈਕਟਰ ਬਾਰੇ ਸੀਗੀਆਂ। ਤਾਂ ਆਈ ਥਿੰਕ ਆਪਾਂ ਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਵੈਕਟਰ ਕੀ ਹੁੰਦਾ ਹੈ ਤੇ ਸਕੇਲਰ। ਕਲੀਅਰ, ਓਕੇ। ਹੁਣ ਆਪਾਂ ਗੱਲ ਕਰਦੇ ਹਾਂ ਟਾਈਪ ਆਫ ਵੈਕਟਰ, ਕਿ ਵੈਕਟਰ ਦੇ ਕਿਹੜੇ ਕਿਹੜੇ ਟਾਈਪ ਨੇ। ਟਾਈਪ ਆਫ ਵੈਕਟਰਸ ਲਗਭਗ ਤੁਹਾਨੂੰ ਪਤਾ ਹੀ ਹੋਣਗੇ, ਬਟ ਫਿਰ ਵੀ ਇੱਕ ਵਾਰ ਕੰਸੈਪਟ ਰਿਵਾਈਜ਼ ਹੋ ਜਾਵੇ। ਕਈ ਵਾਰ ਛੋਟੇ ਤੋਂ ਛੋਟਾ ਕੁਐਸਚਨ ਪੁੱਛ ਲਿਆ ਜਾਂਦਾ ਹੈ, ਤਾਂ ਆਪਾਂ ਨੂੰ ਇਹਨਾਂ ਦਾ ਵੀ ਪਤਾ ਹੋਣਾ ਜ਼ਰੂਰੀ ਹੈ। ਸਭ
सब तो पहला गल करांगे जीरो वैक्टर की। जीरो वैक्टर देखो ਸਾਨੂੰ ਸਭ ਨੂੰ पता होएगा कि जीरो वैक्टर की ਹੁੰਦਾ है ਜਿਹਦਾ लेंथ और मैग्नीट्यूड और लेंथ मैग्नीट्यूड और मॉडुलस की हो जावे जीरो इज जीरो जिहदा लेंथ भी मैग्नीट्यूड भी ਜਾਂ मॉडुलस भी जीरो हो जावे मतलब ਤਿੰਨਾਂ ਚੋਂ ਇੱਕ ਚੀਜ਼ जीरो हो जावे ਤਾਂ ਉਹਨੂੰ ਬੋਲਦੇ ਆਪਾਂ जीरो ਵੈਕਟਰ। ਇਸ ਤਰ੍ਹਾਂ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ जीरो ਵੈਕਟਰ। ਇਸ जीरो ਵੈਕਟਰ ਦੇ ਵਿੱਚ ਇੱਕ ਬਹੁਤ ਹੀ ਵਧੀਆ MCQ ਬਣਦਾ, ਸ਼ਾਇਦ ਉਹ ਤੁਹਾਨੂੰ ਨਹੀਂ ਆਉਂਦਾ ਹੋਣਾ, ਤੁਹਾਨੂੰ जीरो ਵੈਕਟਰ ਬਾਰੇ ਪਤਾ ਹੋਏਗਾ, ਬਟ ਜਿਹੜਾ जीरो ਵੈਕਟਰ ਦੇ ਵਿੱਚੋਂ ਇੱਕ MCQ ਬਣਦਾ ਉਹ ਤੁਹਾਨੂੰ ਨਹੀਂ ਪਤਾ ਹੋਣਾ। ਤਾਂ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇਹਦੇ ਵਿੱਚੋਂ ਕਿਹੜਾ MCQ ਜੋ ਬਹੁਤ ਇੰਪੋਰਟੈਂਟ MCQ ਹੈ। ਕੀ ਬਣਦਾ ਆਪਣੇ ਕੋਲੇ जीरो ਵੈਕਟਰ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਨਾ, जीरो ਵੈਕਟਰ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਇਨਡਿਟਰਮਾਈਨਡ ਹੁੰਦੀ ਹੈ। ਕੀ ਹੁੰਦੀ ਹੈ? ਇਨਡਿਟਰਮਾਈਨਡ। ਆ MCQ ਬਹੁਤ ਵਾਰ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ। जीरो ਵੈਕਟਰ ਦੀ ਡਾਇਰੈਕਸ਼ਨ ਕੀ ਹੁੰਦੀ ਹੈ? ਇਨਡਿਟਰਮਾਈਨਡ ਹੁੰਦੀ ਹੈ ਜੀ ਆਪਣੇ ਕੋਲ। ਤੁਹਾਨੂੰ जीरो ਵੈਕਟਰ ਬਾਰੇ ਤਾਂ ਜ਼ਰੂਰ ਪਤਾ ਹੋਏਗਾ ਕਿ जीरो ਵੈਕਟਰ ਆਪਾਂ ਨੂੰ ਸਿੰਪਲੀ ਨਾਮ ਤੋਂ ਹੀ ਕਲੀਅਰ ਹੋ ਰਿਹਾ जीरो, ਬਟ ਇਹਦੇ ਡਾਇਰੈਕਸ਼ਨ ਦੇ ਬਾਰੇ ਅਗਰ ਕੁਐਸਚਨ ਜੋ ਹੈ ਉਹ ਆਪਾਂ ਨੂੰ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ जीरो ਵੈਕਟਰ ਦੀ ਡਾਇਰੈਕਸ਼ਨ ਕੀ ਹੁੰਦੀ ਹੈ, ਤਾਂ जीरो ਵੈਕਟਰ ਦੀ ਡਾਇਰੈਕਸ਼ਨ ਹੈ ਉਹ ਇਨਡਿਟਰਮਾਈਨਡ ਹੁੰਦੀ ਹੈ। ਠੀਕ ਹੈ ਜੀ। ਔਰ ਇਸ ਨੂੰ ਫਿਰ ਨਲ ਵੈਕਟਰ ਵੀ ਬੋਲਿਆ ਜਾਂਦਾ ਹੈ। जीरो ਵੈਕਟਰ ਨੂੰ ਆਪਾਂ ਕਿਹੜਾ ਵੈਕਟਰ ਬੋਲਦੇ ਆ? ਨਲ ਵੈਕਟਰ ਵੀ ਬੋਲਦੇ ਆ। ਠੀਕ ਹੈ ਜੀ, ਕਲੀਅਰ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਪਰ ਵੈਕਟਰ। ਤਾਂ ਪ੍ਰੋਪਰ ਵੈਕਟਰ ਕੀ ਹੋਏਗਾ? ਕੋਈ ਵੀ ਐਵਰੀ ਨॉन जीरो ਵੈਕਟਰ इज प्रॉपर। कोई भी बस सिंपल नॉन जीरो वैक्टर ਜਿਹੜਾ ਹੋਏਗਾ ਉਹ ਪ੍ਰੋਪਰ ਵੈਕਟਰ ਹੋ ਜਾਏਗਾ। ਸਿੰਪਲ ਡੈਫੀਨੇਸ਼ਨ ਹੈ ਦੀ ਤਾਂ ਪ੍ਰੋਪਰ ਕਿਹੜਾ ਹੋਏਗਾ? ਜੋ ਨॉन जीरो ਹੋਏਗਾ, ਮਤਲਬ जीरो ਨੂੰ ਛੱਡ ਕੇ ਜਿੰਨੇ ਵੀ ਵੈਕਟਰ ਹੋਣਗੇ ਉਹ ਪ੍ਰੋਪਰ ਵੈਕਟਰ ਹੋਣਗੇ। ਤਾਂ ਤੁਸੀਂ ਇਹਨੂੰ ਸਾਥ-ਸਾਥ ਨੋਟ ਕਰਦੇ ਰਹੋ। ਠੀਕ ਹੈ ਜੀ। ਫਿਰ ਯੂਨਿਟ ਵੈਕਟਰ, ਜਿਵੇਂ ਆਪਾਂ जीरो ਵੈਕਟਰ ਕੀਤਾ ਸੀ ਉਦਾਂ ਹੀ ਯੂਨਿਟ ਵੈਕਟਰ ਦੇ ਵਿੱਚ ਕੀ ਹੋਏਗਾ? ਜਾਂ ਤਾਂ ਲੈਂਥ ਜਾਂ ਫਿਰ ਮੈਗਨੀਟਿਊਡ ਜਾਂ ਫਿਰ ਮੋਡੂਲਸ ਕੀ ਹੋਣਾ ਚਾਹੀਦਾ? ਯੂਨਿਟੀ। ਅਗਰ ਲੈਂਥ ਮੋਡੂਲਸ ਜਾਂ ਮੈਗਨੀਟਿਊਡ ਯੂਨਿਟੀ ਹੋ ਜਾਵੇ ਕਿਸੇ ਵੀ ਵੈਕਟਰ ਦਾ ਤਾਂ ਉਹਨੂੰ ਆਪਾਂ ਬੋਲ ਦਿੰਦੇ ਆ ਯੂਨਿਟ ਵੈਕਟਰ। ਯੂਨਿਟ ਵੈਕਟਰ ਨੂੰ ਰਿਪਰੈਜ਼ੈਂਟ ਕਿਹਦੇ ਨਾਲ ਕਰਦੇ ਆਪਾਂ? ਇਸ ਨਾਲ ਯੂਨਿਟ ਵੈਕਟਰ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਇਹਦੇ ਉੱਪਰ ਕੈਪ ਲਗਾ ਕੇ। ਤਾਂ ਯੂਨਿਟ ਵੈਕਟਰ ਫਾਈਂਡ ਕਰਨ ਦਾ ਫਾਰਮੂਲਾ ਕੀ ਹੈ ਆਪਣੇ ਕੋਲ? ਏ ਵੈਕਟਰ ਅਪੋਨ ਏ ਵੈਕਟਰ ਦਾ ਮੈਗਨੀਟਿਊਡ। ਇਹ ਹੁੰਦਾ ਜੀ ਆਪਣੇ ਕੋਲ ਯੂਨਿਟ ਵੈਕਟਰ। ਕਲੀਅਰ? साथ-साथ नोट करते रहो प्लीज। फिर अब अगे ਆਪਾਂ ਗੱਲ ਕਰਦੇ ਹਾਂ ਕੋਇਨੀਸ਼ੀਅਲ ਵੈਕਟਰ। ਤਾਂ ਕੋਇਨੀਸ਼ੀਅਲ ਵੈਕਟਰ ਉਹ ਵੈਕਟਰ ਹੁੰਦੇ ਨੇ ਜੋ ਇੱਕ ਪੁਆਇੰਟ ਤੋਂ ਹੀ ਡਰਾਈਵ ਹੋਣ, ਮਤਲਬ ਇੱਕ ਪੁਆਇੰਟ ਤੋਂ ਹੀ ਨਿਕਲਣ। ਜਿਵੇਂ ਆਹ ਪੁਆਇੰਟ ਹੈ ਤਾਂ ਇੱਥੋਂ ਆਹ ਵੈਕਟਰ ਵੀ ਨਿਕਲ ਰਿਹਾ, ਆਹ ਵੈਕਟਰ ਵੀ ਨਿਕਲ ਰਿਹਾ, ਆਹ ਵੈਕਟਰ ਵੀ ਨਿਕਲ ਰਿਹਾ, ਆ ਵੀ ਜਿਹੜੇ ਕਿ ਇੱਕ ਪੁਆਇੰਟ ਤੋਂ ਹੀ ਵੈਕਟਰ ਨਿਕਲਦੇ ਹੋਣ। ਇਨੀਸ਼ੀਅਲ ਪੁਆਇੰਟ ਜਿਨ੍ਹਾਂ ਦਾ ਇੱਕੋ ਹੀ ਹੋਵੇ, ਆ ਮਤਲਬ ਏ ਹੈ ਤਾਂ ਆ ਏ ਬੀ ਵੈਕਟਰ, ਆ ਏ ਸੀ ਵੈਕਟਰ, ਆ ਏ ਡੀ ਵੈਕਟਰ, ਆ ਏ ਈ ਵੈਕਟਰ, ਤਾਂ ਇਹ ਸਾਰੇ ਵੈਕਟਰ ਕੀ ਹੋਣਗੇ? ਕੋ ਇਨੀਸ਼ੀਅਲ ਹੋਣਗੇ। ਮਤਲਬ ਜਿਨ੍ਹਾਂ ਦਾ ਇਨੀਸ਼ੀਅਲ ਪੁਆਇੰਟ ਕੀ ਹੋਣਾ ਚਾਹੀਦਾ? ਸੇਮ ਹੋਣਾ ਚਾਹੀਦਾ ਹੈ। ਉਹਨਾਂ ਨੂੰ ਆਪਾਂ ਬੋਲਦੇ ਹਾਂ ਕੋ ਇਨੀਸ਼ੀਅਲ। ਕਲੀਅਰ? ਫਿਰ ਲਾਈਕ ਐਂਡ ਅਨਲਾਈਕ ਵੈਕਟਰ। ਲਾਈਕ ਵੈਕਟਰ ਕਿਹੜੇ ਹੋਣਗੇ? ਜਿਨ੍ਹਾਂ ਦੀ ਡਾਇਰੈਕਸ਼ਨ ਕੀ ਹੋਵੇ? ਸੇਮ ਹੋਵੇ। ਮਤਲਬ ਦੋ ਵੈਕਟਰ ਨੇ ਉਹਨਾਂ ਦੀ ਡਾਇਰੈਕਸ਼ਨ ਕੀ ਹੈ? ਸੇਮ, ਤਾਂ ਉਹ ਵੈਕਟਰ ਕਿਹੜੇ ਹੋ ਜਾਣਗੇ? ਲਾਈਕ। अगर दो वैक्टर ने एक वैक्टर की डायरेक्शन इस तरफ है, दूसरे की डायरेक्शन इस तरफ है, तो ये किहड़े वैक्टर हो जाएंगे? अनलाइक वैक्टर हो। ठीक है जी। डायरेक्शन अगर सेम तो लाइक वैक्टर, अगर डायरेक्शन डिफरेंट है तो अनलाइक। क्लियर? कोलिनियर वैक्टर ਉਹ ਵਾਲੇ ਵੈਕਟਰ ਜਿਨ੍ਹਾਂ ਦਾ ਲਾਈਨ ਆਫ ਐਕਸ਼ਨ ਕੀ ਹੋਣਾ ਚਾਹੀਦਾ? ਸੇਮ। ਲਾਈਨ ਆਫ ਐਕਸ਼ਨ ਸੇਮ। ਕੀ मतलब है लाइन ऑफ एक्शन सेम का? मतलब इको ही लाइन उपर पए होण, मतलब आ पहला वैक्टर है इसे उपर ही दूजा, इसे उपर ही दूजा, मतलब एक ही लाइन दे विच होण तीनों वैक्टर जिन्हें कि उन्हां दा लाइन ऑफ एक्शन की होवे? सेम होवे, तां उन्हां नूं बोलदे आ आपां कोलिनियर वैक्टर। बट आपां इहदे विच जो चैक करना होवेगा कोलिनियर वैक्टर तां आपां किवें चैक करांगे? डिटरमिनेंट दे विच अगर उन्हां दा डिटरमिनेंट 0 आ जावेगा तां ओह हो जाणगे कोलिनियर,
ਆਪਾਂ ਜਦੋਂ ਚੈੱਕ ਕਰਦੇ ਹਾਂ ਉਦੋਂ ਆਪਾਂ ਐਵੇਂ ਕਰਦੇ ਹਾਂ। ਬਟ ਅਗਰ ਇਹਦੀ ਡੈਫੀਨੇਸ਼ਨ ਦੇ ਵੀ ਨਹੀਂ ਹੋਵੇ ਤਾਂ ਕੋਲੀਨੀਅਰ ਵੈਕਟਰ ਉਹ ਵਾਲੇ ਵੈਕਟਰ ਹੁੰਦੇ ਨੇ ਜਿਨ੍ਹਾਂ ਦਾ ਲਾਈਨ ਆਫ ਐਕਸ਼ਨ ਕੀ ਹੋਵੇ, ਸੇਮ ਹੋਵੇ। ਤਾਂ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਕੋਲੀਨੀਅਰ ਵੈਕਟਰ ਕਿਹੜੇ ਹੁੰਦੇ ਨੇ। ਤਾਂ 4 ਆਪਸ਼ਨ ਬਣਾ ਦਿੱਤੀਆਂ ਜਾਂਦੀਆਂ, ਲਾਈਨ ਆਫ ਐਕਸ਼ਨ ਸੇਮ, ਲਾਈਨ ਆਫ ਐਕਸ਼ਨ ਡਿਫਰੈਂਟ। ਤਾਂ ਤੁਹਾਡੇ ਇਹ ਗੱਲ ਧਿਆਨ ਦੇ ਵਿੱਚ ਹੋਣੀ ਜ਼ਰੂਰੀ ਹੈ ਕਿ ਕੋਲੀਨੀਅਰ ਵੈਕਟਰ ਉਹ ਵਾਲੇ ਵੈਕਟਰ ਹੁੰਦੇ ਨੇ ਜਿਨ੍ਹਾਂ ਦਾ ਲਾਈਨ ਆਫ ਐਕਸ਼ਨ ਕੀ ਹੁੰਦਾ ਹੈ, ਸੇਮ ਹੁੰਦਾ। ਫਿਰ ਅੱਗੇ ਗੱਲ ਕਰਦੇ ਹਾਂ ਜੀ ਕੋਪਲੇਨਰ ਵੈਕਟਰ ਦੀ। ਕੋਪਲੇਨਰ ਵੈਕਟਰ ਉਹ ਵੈਕਟਰ ਹੁੰਦੇ ਨੇ ਜਿਨ੍ਹਾਂ ਦਾ ਪਲੇਨ ਕੀ ਹੋਵੇ, ਸੇਮ ਪਲੇਨ ਦੇ ਵਿੱਚ ਹੋਣ, ਠੀਕ ਹੈ, ਲਾਈ ਕਰਦੇ ਹੋਣ ਸੇਮ ਪਲੇਨ ਦੇ ਵਿੱਚ, ਜਾਂ ਪੈਰਲਲ ਹੋਣ ਪਲੇਨ ਦੇ, ਪੈਰਲਲ ਟੂ ਪਲੇਨ, ਜਾਂ ਤਾਂ ਪੈਰਲਲ ਟੂ ਪਲੇਨ ਹੋਣ ਜਾਂ ਫਿਰ ਲਾਈ ਕਰਦੇ ਹੋਣ ਪਲੇਨ ਦੇ ਵਿੱਚ। ਐਜ਼ ਏ ਵੈਕਟਰਾਂ ਨੂੰ ਆਪਾਂ ਕੀ ਬੋਲ ਦਿੰਦੇ ਆ, ਕੋਪਲੇਨਰ ਵੈਕਟਰ, ਠੀਕ ਹੈ ਜੀ। ਨੈਗੇਟਿਵ ਆਫ ਅ ਵੈਕਟਰ, ਤਾਂ ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਨੈਗੇਟਿਵ ਆਫ ਵੈਕਟਰ ਕੀ ਹੁੰਦਾ। ਮੰਨ ਲਓ ਅਗਰ ਕੋਈ ਆਪਣੇ ਕੋਲ A ਵੈਕਟਰ ਹੈ ਤਾਂ ਇਸ ਦੀ ਅਗਰ ਡਾਇਰੈਕਸ਼ਨ ਆਪਾਂ ਉਲਟ ਕਰ ਦਈਏ, ਡਾਇਰੈਕਸ਼ਨ ਉਲਟ ਕਰਨ ਦਾ ਮਤਲਬ ਮਾਈਨਸ ਹੋਊਗੀ ਇਹਦੀ ਡਾਇਰੈਕਸ਼ਨ, ਠੀਕ ਹੈ। ਤਾਂ ਇਸ ਵੈਕਟਰ ਨੂੰ ਆਪਾਂ ਕੀ ਬੋਲਾਂਗੇ, ਨੈਗੇਟਿਵ ਆਫ ਵੈਕਟਰ, ਠੀਕ ਹੈ ਜੀ। ਕਿਸੇ ਵੀ ਵੈਕਟਰ ਦਾ ਨੈਗੇਟਿਵ ਕਰ ਦੇਣਾ ਉਹਨੂੰ ਆਪਾਂ ਬੋਲਦੇ ਹਾਂ ਨੈਗੇਟਿਵ ਆਫ ਵੈਕਟਰ। ਰੈਸੀਪ੍ਰੋਕਲ ਆਫ ਵੈਕਟਰ, ਰੈਸੀਪ੍ਰੋਕਲ ਵੈਕਟਰ ਕਿਹੜੇ ਹੁੰਦੇ ਆਪਣੇ ਕੋਲ, ਪਤਾ ਜੀ ਕਿਸੇ ਨੂੰ ਰੈਸੀਪ੍ਰੋਕਲ? ਤਾਂ ਰੈਸੀਪ੍ਰੋਕਲ ਵੈਕਟਰ ਉਹ ਹੁੰਦੇ ਆ ਜਿਨ੍ਹਾਂ ਦੀ ਡਾਇਰੈਕਸ਼ਨ ਕੀ ਹੁੰਦੀ ਹੈ, ਸੇਮ ਡਾਇਰੈਕਸ਼ਨ ਹੁੰਦੀ ਹੈ। ਕਿਹਦੀ ਤਰ੍ਹਾਂ, A ਵੈਕਟਰ ਦੀ ਤਰ੍ਹਾਂ ਡਾਇਰੈਕਸ਼ਨ ਸੇਮ ਹੋਏਗੀ ਬਟ ਮੈਗਨੀਚਿਊਡ ਕੀ ਹੋ ਜਾਏਗਾ, ਮੈਗਨੀਚਿਊਡ ਰੈਸੀਪ੍ਰੋਕਲ ਹੋ ਜਾਏਗਾ, ਮੈਗਨੀਚਿਊਡ ਕੀ ਹੋ ਜਾਏਗਾ, ਰੈਸੀਪ੍ਰੋਕਲ ਹੋ ਜਾਏਗਾ। ਇਹਨੂੰ ਡਿਨੋਟ ਕਿਹਦੇ ਨਾਲ ਕਰਦੇ ਆ, A ਇਨਵਰਸ ਨਾਲ। ਅਗਰ ਆਪਾਂ ਨੂੰ ਕਿਤੇ ਫਾਈਂਡ ਕਰਨਾ ਪੈ ਜਾਵੇ ਰੈਸੀਪ੍ਰੋਕਲ ਵੈਕਟਰ ਤਾਂ ਕਿਵੇਂ ਫਾਈਂਡ ਕਰਾਂਗੇ, ਤਾਂ ਇਹਦਾ ਫਾਰਮੂਲਾ ਹੁੰਦਾ ਆਪਣੇ ਕੋਲ A ਇਨਵਰਸ ਇਜ਼ ਇਕੁਅਲ ਟੂ A ਵੈਕਟਰ। ਸਿੰਪਲੀ ਯੂਨਿਟ ਵੈਕਟਰ ਦੇ ਤਰ੍ਹਾਂ ਹੀ ਹੁੰਦਾ ਹੈ, A ਵੈਕਟਰ ਦਾ ਮੈਗਨੀਚਿਊਡ, ਸਿੰਪਲ A ਹੋ ਗਿਆ ਆਪਣੇ ਕੋਲ ਯੂਨਿਟ ਵੈਕਟਰ। ਅਗਰ ਆਪਾਂ ਇੱਥੇ A ਕੈਪ ਲੈ ਲਵਾਂਗੇ ਬਟ ਇੱਥੇ ਹੁਣ ਕੀ ਆਏਗਾ, ਸਕੇਅਰ ਆ ਜਾਵੇਗਾ। ਜਦੋਂ ਆਪਾਂ ਇੱਥੇ ਸਕੇਅਰ ਲਗਾ ਦੇਵਾਂਗੇ ਤਾਂ ਇਹ ਆਪਣੇ ਕੋਲ ਬਣ ਜਾਵੇਗਾ ਰੈਸੀਪ੍ਰੋਕਲ ਵੈਕਟਰ, ਠੀਕ ਹੈ ਜੀ। ਇਹਨੂੰ ਆਪਾਂ ਬੋਲਦੇ ਆ ਰੈਸੀਪ੍ਰੋਕਲ ਵੈਕਟਰ। ਤੇ ਮੈਗਨੀਚਿਊਡ ਕੀ ਹੁੰਦਾ ਕਿਸੇ ਵੈਕਟਰ ਦਾ, ਮੰਨ ਲਓ A ਵੈਕਟਰ ਹੈ, ਇਹਦਾ ਮੈਗਨੀਚਿਊਡ ਆਪਣੇ ਕੋਲ ਕੀ ਹੋਏਗਾ, ਮੈਗਨੀਚਿਊਡ ਸਿੰਪਲੀ ਆ ਹੋਏਗਾ। ਤੇ ਰੈਸੀਪ੍ਰੋਕਲ ਵੈਕਟਰ ਦਾ ਜਿਹੜਾ ਮੈਗਨੀਚਿਊਡ ਹੈ ਉਹ ਹੋ ਜਾਏਗਾ ਆਪਣੇ ਕੋਲ 1/A ਵੈਕਟਰ। ਇਸ ਤਰ੍ਹਾਂ ਇਹਦਾ ਮੈਗਨੀਚਿਊਡ ਡਿਫਾਈਨ ਕੀਤਾ, ਠੀਕ ਹੈ ਜੀ। ਕਲੀਅਰ ਸਾਰੀ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਪਰਟੀਜ਼ ਆਫ ਵੈਕਟਰ ਐਡੀਸ਼ਨ। 4 ਪ੍ਰੋਪਰਟੀਜ਼ ਹੁੰਦੀਆਂ ਆਪਣੇ ਕੋਲ ਜਿਹੜੀਆਂ ਵੈਕਟਰ ਐਡੀਸ਼ਨ ਦੀਆਂ। ਸਭ ਤੋਂ ਪਹਿਲੀ ਕਮਿਊਟੇਟਿਵ, ਐਸੋਸੀਏਟਿਵ, ਐਡਿਟਿਵ, ਆਇਡੈਂਟੀਟੀ, ਐਡਿਟਿਵ, ਇਨਵਰਸ। ਤਾਂ ਕਮਿਊਟੇਟਿਵ ਲਾ ਇਹ ਤੁਹਾਨੂੰ ਸਾਰਿਆਂ ਨੂੰ ਆਉਂਦੇ ਹੀ ਹੋਣੇ ਆ, ਬਸ ਸਿੰਪਲ ਜਿਹਾ, ਬਟ ਇੱਕ ਵਾਰ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਤਾਂ A ਪਲੱਸ B ਯਾਨੀ ਕਿ A ਵੈਕਟਰ ਪਲੱਸ B ਵੈਕਟਰ ਕਿਹਦੇ ਇਕੁਅਲ ਹੋਏਗਾ, B ਵੈਕਟਰ ਪਲੱਸ A ਵੈਕਟਰ। ਇਹ ਸਿੰਪਲੀ ਕਮਿਊਟੇਟਿਵ ਲਾ ਕਹਿੰਦਾ ਜੀ ਆਪਾਂ। ਐਸੋਸੀਏਟਿਵ ਲਾ, ਅਗਰ A ਵੈਕਟਰ ਪਲੱਸ B ਤੇ C ਆਪਾਂ ਬ੍ਰੈਕਟ ਦੇ ਵਿੱਚ ਰੱਖ ਲਈਏ, ਇਹ ਕਿਹਦੇ ਇਕੁਅਲ ਹੋ ਜਾਏਗਾ, A ਵੈਕਟਰ ਪਲੱਸ B ਵੈਕਟਰ ਪਲੱਸ C ਵੈਕਟਰ। ਮਤਲਬ ਕਿਸੇ ਦੋ ਨੂੰ ਪਹਿਲਾਂ ਐਡ ਕਰਕੇ ਤੀਸਰੇ ਦੇ ਵਿੱਚ ਐਡ ਕਰ ਦੋ ਤਾਂ ਉਹ ਇਕੁਅਲ ਹੀ ਹੁੰਦੇ ਨੇ। ਐਡਿਟਿਵ ਆਇਡੈਂਟੀਟੀ, ਆਇਡੈਂਟੀਟੀ ਦਾ ਮਤਲਬ ਕੀ ਹੁੰਦਾ ਹੈ, ਦੇਖੋ ਐਡੀਸ਼ਨ ਦੇ ਵਿੱਚ ਆਇਡੈਂਟੀਟੀ ਆਪਣੀ ਹਮੇਸ਼ਾ ਕੀ ਰਹਿੰਦੀ ਹੈ, 0 ਰਹਿੰਦੀ ਹੈ। ਮਤਲਬ ਜਿਹਨੂੰ ਕੁਛ ਐਡ ਕਰਿਆ ਕੋਈ ਫਰਕ ਨਾ ਪਵੇ। ਤਾਂ A ਵੈਕਟਰ ਪਲੱਸ 0, A ਵੈਕਟਰ 0 ਪਲੱਸ A ਵੈਕਟਰ। ਤਾਂ 0 ਆਪਣੀ ਕੀ ਹੋਏਗੀ, ਐਡਿਟਿਵ ਦੇ ਵਿੱਚ ਆਇਡੈਂਟੀਟੀ ਹੋਏਗੀ 0, ਇਹ ਆਇਡੈਂਟੀਟੀ ਹੋ ਜਾਏਗੀ, ਠੀਕ ਹੈ ਜੀ। ਐਡਿਟਿਵ ਇਨਵਰਸ, ਇਨਵਰਸ ਉਹ ਹੁੰਦਾ ਹੈ ਜੋ ਕਿਸੇ ਵੀ ਵੈਕਟਰ ਨੂੰ 0 ਬਣਾ ਦੇਵੇ। ਮੰਨ ਲਓ A ਵੈਕਟਰ ਹੈ ਤਾਂ A ਵੈਕਟਰ ਦਾ ਇਨਵਰਸ ਕੀ ਹੋਏਗਾ, ਮਾਈਨਸ, ਠੀਕ ਹੈ ਜੀ, ਇਹਨੂੰ 0 ਬਣਾ ਦੇਵੇਗਾ। ਫਿਰ ਅਗਰ ਮਾਈਨਸ A ਵੈਕਟਰ ਹੈ ਆਪਣੇ ਕੋਲ ਤਾਂ ਇਹਦਾ ਇਨਵਰਸ ਕੀ ਹੋਏਗਾ ਆਪਣੇ ਕੋਲ, ਪਲੱਸ A ਵੈਕਟਰ। ਤਾਂ ਇਹਨੂੰ ਆਪਾਂ ਬੋਲਦੇ ਆ ਇਨਵਰਸ। ਸਿੰਪਲ ਜਿਹੀਆਂ ਗੱਲਾਂ ਸੀ, ਤੁਹਾਨੂੰ ਪਤਾ ਹੀ ਹੋਣਗੀਆਂ, ਠੀਕ ਹੈ ਜੀ। ਕਲੀਅਰ ਇੱਥੋਂ ਤੱਕ, ਮੂਵ ਕਰੀਏ ਅੱਗੇ। ਓਕੇ, ਹੁਣ ਆਪਣਾ ਮੇਨ ਕੰਮ ਸ਼ੁਰੂ ਹੁੰਦਾ ਵੈਕਟਰ ਦਾ। ਇਹ ਤਾਂ ਸਿੰਪਲ ਬੇਸਿਕ ਜਿਹਾ ਸੀ। ਪੋਜੀਸ਼ਨ ਵੈਕਟਰ ਆਫ AB, ਮੰਨ ਲਓ AB ਦੀ ਆਪਾਂ ਪੋਜੀਸ਼ਨ ਵੈਕਟਰ ਫਾਈਂਡ ਕਰਨੀ ਹੈ। ਆ ਆਪਣੇ ਕੋਲ AB ਹੈ ਤਾਂ ਇਹਦੀ ਅਗਰ ਆਪਾਂ ਪੋਜੀਸ਼ਨ ਵੈਕਟਰ ਫਾਈਂਡ ਕਰਦੇ ਹਾਂ ਤਾਂ ਆਪਣੇ ਕੋਲ AB ਵੈਕਟਰ ਹੈ ਜਿਹੜਾ, ਉਹਦੀ ਪੋਜੀਸ਼ਨ ਵੈਕਟਰ ਪਤਾ ਕੀ ਹੋਏਗੀ, ਪੋਜੀਸ਼ਨ ਵੈਕਟਰ ਆਫ A, ਮਤਲਬ B ਦੇ ਵਿੱਚੋਂ ਆਪਾਂ ਘਟਾ ਦੇਵਾਂਗੇ ਪੋਜੀਸ਼ਨ ਵੈਕਟਰ ਆਫ A, ਯਾਨੀ ਕਿ B ਮਾਈਨਸ A। ਸਿੰਪਲ ਉਲਟਾ ਕਰ ਦੇਵਾਂਗੇ। ਅਗਰ A ਵੀ ਫਾਈਂਡ ਕਰਨਾ ਹੈ ਤਾਂ B ਵੈਕਟਰ ਮਾਈਨਸ A ਵੈਕਟਰ ਆਪਾਂ ਕਰਾਂਗੇ। ਅਗਰ ਆਪਾਂ ਫਾਈਂਡ ਕਰਨਾ ਹੈ BA ਵੈਕਟਰ ਫਾਈਂਡ ਕਰਨਾ ਹੈ ਤਾਂ ਆਪਾਂ ਕਰਾਂਗੇ A ਮਾਈਨਸ B। ਅਗਰ ਆਪਾਂ OC ਵੈਕਟਰ ਫਾਈਂਡ ਕਰਨਾ ਹੈ
ਆਪਾਂ ਕਰਾਂਗੇ C ਮਾਈਨਸ O ਵੈਕਟਰ। ਅਗਰ ਆਪਾਂ PA ਫਾइंड करना है ਆਪਾਂ ਕਰਾਂਗੇ A ਵੈਕਟਰ ਮਾਈਨਸ B ਵੈਕਟਰ। ਮਤਲਬ ਜੋ ਪਿੱਛੇ ਹੋਏਗਾ ਉਹਨੂੰ ਪਹਿਲਾਂ ਲਵਾਂਗੇ, ਜਿਹੜਾ ਪਹਿਲੇ ਹੈ ਉਹਨੂੰ ਮਗਰ ਲਵਾਂਗੇ। ਤਾਂ ਇਸ ਤਰ੍ਹਾਂ ਆਪਾਂ ਪੋਜੀਸ਼ਨ ਵੈਕਟਰ ਕਿਸੇ ਵੀ ਵੈਕਟਰ ਦੀ ਫਾइंड ਕਰ ਸਕਦੇ। ਕਲੀਅਰ। स्केलर प्रोडक्ट ऑफ वैक्टर वैरी वैरी इंपोर्टेंट कंसैप्ट है। वैक्टर दे विचों ਇਹਦੇ ਵਿੱਚੋਂ ਇੱਕ क्वेश्चन ਤਾਂ ਪੱਕਾ ਹੀ ਪੁੱਛਿਆ ਜਾਂਦਾ ਹੈ स्केलर प्रोडक्ट ਬਾਰੇ। वो चाहे किसी भी तरह का हो, एंगल फाइंड करना हो या कुछ भी, बट स्केलर प्रोडक्ट का आपां नूं क्वेश्चन देखने को मिलता ही मिलता है। तो स्केलर प्रोडक्ट की होंदी है A डॉट B इज इक्वल टू मैग्नीट्यूड ऑफ A मैग्नीट्यूड ऑफ B इंटू में कॉस थीटा। इनू आप बोलते हैं जी स्केलर प्रोडक्ट। ये आप एंगल भी फाइंड कर सकते हैं, A डॉट B भी फाइंड कर सकते हैं, मैग्नीट्यूड ऑफ A भी फाइंड कर सकते हैं, मैग्नीट्यूड ऑफ B भी फाइंड कर सकते हैं। एक फॉर्मूले नाल आपां 3-4 चीज़ां फाइंड कर सकते। अगर आपां नूं आ सारा दिता होया, आ दिता है B फाइंड कर सकते हैं कल्ला। अगर सारा कुछ आ दिता होया तो आ फाइंड कर सकते हैं। अगर आ सारा कुछ दिता होया तो एंगल फाइंड कर सकते हैं। इत्थों कोस थीटा अपना की बन जाएगा, फिर कोस थीटा अपने को हो जाएगा A डॉट B नीचे A का मैग्नीट्यूड इंटू B का मैग्नीट्यूड। यह होंगे जी अपने को थीटा फाइंड करने का फॉर्मूला। फिर आप गल करते हैं कंडीशन ऑफ परपेंडिकुलरिटी। परपेंडिकुलर की कंडीशन की होंगी है थीटा 90 इफ एंड ओनली इफ A डॉट B इज इक्वल टू 0। मतलब दोनों गल ही होंगे। अगर थीटा 90 होएगा तो A डॉट B 0 होएगा, ठीक है जी। अगर A डॉट B 0 है तो थीटा की होएगा 90 होगा। यानी कि इफ एंड ओनली वाली कंडीशन लगती है ये। अगर थीटा 90 है तो A डॉट B 0, A डॉट B 0 है तो थीटा 90 और लाइना की हो जाएंगे पैरेलल। मतलब A ते B वैक्टर की हो जाएंगे पैरेलल। इतने वैक्टर बोलांगे ना, सॉरी लाइन नहीं, तो वैक्टर की हो जाएंगे परपेंडिकुलर, पैरेलल नहीं परपेंडिकुलर। ठीक है, थीटा 90 होंगे ही वैक्टर की हो जाने ने परपेंडिकुलर हो जाने। तो फिर पैरेलल की कंडीशन की आएगी? पैरेलल की कंडीशन आएगी थीटा कितना होना चाहिए 0। थीटा अगर अपना 0 डिग्री हो गया तो वैक्टर की हो जाएंगे पैरेलल हो जाए। ठीक है जी। फिर एक बेसिक जी गल हो तुहानू पता ही होना है, आई डॉट आई कितना होंगे अपने को 1, जे डॉट जे 1, के डॉट के ये भी 1 होता है। ठीक है जी। अगर आई की जे नाल करते हैं तो 0, मतलब आई की किसी होर नाल करांगे, किसी की भी अलग अलग होंगे दोनों वैक्टर, तो वो डॉट प्रोडक्ट कितनी आएगी ऑलवेज 0 आएगी। ठीक है जी, गल क्लीयर? ओके, गल करते हैं एंगल बिटवीन टू वैक्टर। अगर अपने को दो वैक्टर ने, एक वैक्टर है अपने को ए वैक्टर A1 आई कैप B1 जे कैप C1 के कैप, और दूसरा है बी वैक्टर B1 आई कैप B2 सॉरी A2 A3 B2 जे कैप B3 के कैप। आ वैक्टर ने अपने को, तो इन्होंने वैक्टर के विचकार एंगल आप फाइंड करांगे, एंगल बिटवीन टू वैक्टर। तो सिंपली बिल्कुल 3D के विच आपां कीता सी cos थीटा इज इक्वल टू A1 B1 प्लस A2 B2 A3 B3। फर्स्ट वाले का मैग्नीट्यूड A1 का स्केयर A2 का स्केयर A3 का स्केयर, सेकंड का मैग्नीट्यूड B1 का स्केयर B2 का स्केयर प्लस B3 का स्केयर। ठीक है जी। तो यह होंगे अपने को एंगल बिटवीन टू वैक्टर। क्लियर? कंडीशन वही सेम। अगर थीटा 90 तो A1 A2 प्लस B1 B2 प्लस C1। ओह आदत पई हुई है ना, A1 B1 A2 B2 A3 B3 इज इक्वल टू 0। इफ एंड ओनली अगर ये 0 है तो थीटा 90, अगर थीटा 90 है तो ये 0। क्लियर गल? और पैरेलल वास्ते वही कंडीशन A1 अपॉन A2 B1 अपॉन B2 C1 अपॉन C2। ठीक है जी। इतने A1 बटा B1 B1 A2 बटा B2 A3 बटा B3 भी लिख सकते हैं। ठीक है जी। ये आप 3D ਦੇ ਵਿੱਚ ਕੀਤਾ ਹੈ, वही बार बार याद रह रहा है, आप वही लिखता। ठीक है।
ਤਾਂ ਇਹ ਹੋ ਗਿਆ ਆਪਣੇ ਕੋਲ ਐਂਗਲ ਬਿਟਵੀਨ ਟੂ ਵੈਕਟਰ, ਬਿਲਕੁਲ ਸੇਮ 3D ਦੇ ਵਿੱਚ। ਇਹਦੇ ਵਿੱਚ ਆਪਾਂ ਅਗਰ ਡਿਸਟੈਂਸ ਫਾਈਂਡ ਕਰਨੀ ਹੋਵੇ ਬਿਟਵੀਨ ਟੂ ਵੈਕਟਰ ਜਾਂ 3 ਵੈਕਟਰ, ਤਾਂ ਉਹ ਬਿਲਕੁਲ ਸੇਮ ਹੈ ਜੀ ਆਪਣੇ ਕੋਲ 2D ਐਂਡ 3D ਵਾਲੀ, ਉਹ ਆਪਾਂ ਰਿਪੀਟ ਨਹੀਂ ਕਰਦੇ ਇੱਥੇ, ਠੀਕ ਹੈ। ਡਿਸਟੈਂਸ ਸੈਕਸ਼ਨ ਫਾਰਮੂਲਾ ਬਿਲਕੁਲ ਸੇਮ ਹੈ, ਸੈਕਸ਼ਨ ਫਾਰਮੂਲਾ, ਠੀਕ ਹੈ। ਸੈਂਟਰੋਇਡ ਬਿਲਕੁਲ ਸੇਮ ਹੈ, ਬਿਲਕੁਲ ਸੇਮ ਫਾਰਮੂਲਾ। ਮਿਡ ਪੁਆਇੰਟ ਦਾ ਬਿਲਕੁਲ ਸੇਮ ਫਾਰਮੂਲਾ, ਠੀਕ ਹੈ। ਇਹ ਸਾਰੇ ਆਪਣੇ ਕੋਲ ਵੈਕਟਰ ਦੇ ਵਿੱਚ ਸੇਮ ਨੇ ਐਜ਼ ਇਟ ਇਜ਼ 2D ਐਂਡ 3D ਵਾਲੇ। ਇਹਨੂੰ ਵੈਕਟਰ 3D ਤਾਂ ਹੀ ਬੋਲਦੇ ਨੇ ਕਿ ਇਹਦੇ ਵਿੱਚ 3D ਦਾ ਬਹੁਤ ਸਾਰਾ ਕਨਸੈਪਟ ਆਪਣੇ ਕੋਲ ਯੂਜ਼ ਹੁੰਦਾ ਹੈ। ਕਲੀਅਰ? ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਵੈਰੀ ਇੰਪੋਰਟੈਂਟ ਇਨਇਕੁਐਲਿਟੀ, ਕੋਚੀ-ਸਕਵਾਰਜ਼ ਇਨਇਕੁਐਲਿਟੀ। ਸਿੱਧੀ ਹੀ ਐਗਜ਼ਾਮ ਦੇ ਵਿੱਚ ਇਹ ਪੁੱਛੀ ਜਾਂਦੀ ਹੈ, ਆਪਾਂ ਨੂੰ ਇਨਇਕੁਐਲਿਟੀ ਦੇ ਦਿੱਤੀ ਜਾਂਦੀ ਹੈ ਤਾਂ ਪੁੱਛਦੇ ਨੇ ਕਿਹੜੀ ਇਨਇਕੁਐਲਿਟੀ ਹੈ, ਜਾਂ ਆਪਾਂ ਨੂੰ ਕੁਐਸਚਨ ਦੇ ਦਿੱਤਾ ਜਾਂਦਾ ਕਿ ਕੋਚੀ-ਸਕਵਾਰਜ਼ ਇਨਇਕੁਐਲਿਟੀ ਕਿਹੜੀ ਹੈ। ਜਾਂ ਤਾਂ ਇਨਇਕੁਐਲਿਟੀ ਦੇ ਦੇਣਗੇ, ਪੁੱਛਣਗੇ ਕਿਹੜੀ ਇਨਇਕੁਐਲਿਟੀ ਹੈ, ਜਾਂ ਨਾਮ ਦੇ ਦੇਣਗੇ ਤੇ ਨੀਚੇ 4 ਇਨਇਕੁਐਲਿਟੀਆਂ ਦਿੱਤੀਆਂ ਹੋਣਗੀਆਂ, ਪੁੱਛਣਗੇ ਕੋਚੀ-ਸਕਵਾਰਜ਼ ਇਨਇਕੁਐਲਿਟੀ ਕਿਹੜੀ। ਤਾਂ ਕੋਚੀ-ਸਕਵਾਰਜ਼ ਇਨਇਕੁਐਲਿਟੀ ਆਪਣੇ ਕੋਲ ਹੁੰਦੀ ਹੈ A dot B less than equal to magnitude of A मैग्नीट्यूड B, मतलब दोनों का मैग्नीट्यूड अलग अलग हो जाएगा। A डॉट B का मैग्नीट्यूड इकट्ठा है तो लेस देन इक्वल टू मैग्नीट्यूड ऑफ A मैग्नीट्यूड ऑफ B, इन्हों बोलते हैं कोची-स्क्वार्ज़ इनइक्वलिटी। वेरी इंपोर्टेंट, ठीक है जी। ਜਾਂ ਤਾਂ ਆਪਾਂ ਨੂੰ ਇਹ ਦੇ ਦੇਣਗੇ, ਪੁੱਛਣਗੇ ਕਿਹੜੀ ਇਨਇਕੁਐਲਿਟੀ ਹੈ, ਕੋਚੀ, ਲੈਗਰੈਂਜੇ ਦੇ ਦੇਣਗੇ ਆਪਸ਼ਨ 'ਚ, ਟਰਾਇੰਗੂਲਰ ਦੇ ਦੇਣਗੇ, ਠੀਕ ਹੈ, ਨਨ ਆਫ ਥੀਸ ਦੇ ਦੇਣਗੇ, ਤਾਂ ਤੁਸੀਂ ਲਗਾ ਦੇਣਾ ਕੋਚੀ-ਸਕਵਾਰਜ਼ ਇਨਇਕੁਐਲਿਟੀ। ਜਾਂ ਫਿਰ ਕੋਚੀ-ਸਕਵਾਰਜ਼ ਇਨਇਕੁਐਲਿਟੀ क्वेश्चन दे देंगे तो नीचे 4 आइडेंटिटी दे देंगे, पूछेंगे कोची-स्क्वार्ज़ इनइक्वलिटी केड़ी है, तो तुसी आप ऑप्शन राइट लगा देना, तो याद रह जाएगी कोची-स्क्वार्ज़ इनइक्वलिटी। एक बार फिर तो लिख लीजिए A डॉट B का मैग्नीट्यूड लैस दैन इक्वल टू A मैग्नीट्यूड B मैग्नीट्यूड, अलग अलग रह जाएगा। इनइक्वलिटी औखी नहीं हैगी, इनइक्वलिटी बिल्कुल सिंपल है, जस्ट तुसी कदों भी ओपन कर लोगे। बट औखा की है इनू ध्यान दे विच रखना कि ये है किहड़ी इनइक्वलिटी, क्योंकि जो आप 3-4 इनइक्वलिटी याद कर लेंगे ना तो उदों कन्फ्यूज हो जाते हैं कि स्क्वायर या ट्रायंगुलर है, तो उदों थोड़ी जी आपको डिफिकल्टी आ जाती है। इनइक्वलिटी औखी नहीं हैगी, औखा की है इनू ध्यान दे विच रखना कि इनइक्वलिटी किहड़ी है, ठीक है। वो तुसी इनू वधिया तरीके नाल मैनेज करना है, तो तुसी इनू चंगी तरह याद कर लो कि ये कोची-स्क्वार्ज़ इनइक्वलिटी। हुण आपां गल करदे हां ट्रायंगुलर इनइक्वलिटी दी, ठीक है जी। ट्रायंगुलर इनइक्वलिटी भी आप दो होंगे अपने को, एक होंगी है देखो मोड ऑफ A प्लस B लैस दैन इक्वल टू मोड A प्लस मोड B, सिंपली इनू बोलते हैं आप ट्रायंगुलर इनइक्वलिटी, ठीक है। एक अपने को होंगी है A माइनस B का मोड, अगर ये इधर को खुलेगी तो ये आएगा मोड ऑफ A प्लस मोड ऑफ B। सारे उपर प्लीज वैक्टर जरूर पा लो कि वैक्टर होंगे ना, आप वैक्टर की ही गल कर रहे हैं, ठीक है। तो एक तो लैस होंगी है तो ग्रेटर की तो होंगी है ए वैक्टर माइनस बी वैक्टर, इनू भी आप ट्रायंगुलर इनइक्वलिटी ही बोलते हैं, ठीक है जी। इनू बोलिया जाता है ट्रायंगुलर इनइक्वलिटी, ध्यान दे विच रह जाएगी। अगर मल्टीप्लाई वाली आएगी तो स्क्वायर, अगर प्लस वाली आई तो फिर ट्रायंगुलर, दोनों तुसीं ध्यान दे विच रखो, क्लियर। लैग्रैंज इनइक्वलिटी मोस्ट इंपोर्टेंट वैक्टर दे विच, लैग्रैंज इनइक्वलिटी मोस्ट इंपोर्टेंट है। जां तां सीधी आइडेंटिटी पूछी जाती है एग्जाम दे विच, ठीक है, जां फिर इस दे बेस ते एक MCQ आपां नूं वेखण नूं मिलदा ही मिलदा है। एक MCQ या फिर सीधी इनइक्वलिटी ये पूछी जाती है जी एग्जाम दे विच। लैग्रैंज इनइक्वलिटी वेरी इंपोर्टेंट है किहदे विच, वैक्टर दे विच। तां हुंदी की है देखदे हां आपां, मोड ऑफ A प्लस B दा स्केयर, टोटल दा स्केयर, सॉरी A प्लस B नहीं, A क्रॉस B, A क्रॉस B, ये वैक्टर ते स्केलर दोनों का मतलब वो होंदा अपने को वैक्टर प्रोडक्ट ते स्केलर प्रोडक्ट का स्केयर होंदा, वैक्टर प्रोडक्ट का स्केयर प्लस स्केलर प्रोडक्ट का स्केयर, वैक्टर प्रोडक्ट का स्केयर प्लस स्केलर प्रोडक्ट का स्केयर इज इक्वल टू मोड ऑफ A स्केयर इनटू में मोड ऑफ B स्केयर। ਇੱਥੇ ਇਹਦੇ ਵਿੱਚ ਗਲਤੀ ਹੋਣ ਦੇ ਚਾਂਸ ਕੀ ਨੇ ਕਿ ਆਪਾਂ ਇੱਥੇ ਪਲੱਸ ਲਗਾ ਦਿੰਦੇ ਹਾਂ,
ਇੱਥੇ ਆਪਾਂ ਕੀ ਲਗਾ ਦਿੰਦੇ ਆ ਪਲੱਸ, ਬਟ ਪਲੱਸ ਇਹਦੇ ਵਿੱਚ ਨਹੀਂ ਆਏਗਾ, ਇੱਥੇ ਇਹਨਾਂ ਦੀ ਮਲਟੀਪਲਾਈ ਆਏਗੀ, ਇੱਧਰ ਪਲੱਸ ਆਏਗਾ। ਰਹਿ ਜਾਏਗੀ ਯਾਦ ਲੈਗਰੈਂਜ ਇਕੁਐਲਿਟੀ। ਸਵਾਲ ਦੇਖੋ ਲਿਖਦੇ ਹਾਂ ਆਪਾਂ ਇੱਥੇ, ਇਹਨੂੰ 2-3 ਵਾਰ ਲਿਖਦੇ ਹਾਂ ਕਿਉਂਕਿ ਬਹੁਤ ਇੰਪੋਰਟੈਂਟ ਹੈ। A क्रॉस B, ਸਭ ਤੋਂ ਪਹਿਲਾਂ ਲਿਖਣੀ ਤੁਸੀਂ ਵੈਕਟਰ ਪ੍ਰੋਡਕਟ, ਪਲੱਸ ਲਿਖਣੀ ਤੁਸੀਂ ਡਾਟ ਪ੍ਰੋਡਕਟ, ਦੋਨਾਂ ਦਾ ਸਮ ਕਰਨਾ ਹੈ, ਫਿਰ ਕਰ ਦੋ ਤੁਸੀਂ ਇਕੁਅਲ ਟੂ ਮੋੜ A ਮੋੜ B, ਇੰਨਾ ਕੰਮ ਰਹਿ ਜਾਏਗਾ। ਜਦ ਹੁਣ ਸਾਰਿਆਂ ਦਾ ਸਕੇਅਰ ਕਰ ਦੋ, ਇਹਦਾ ਸਕੇਅਰ, ਇਹਦਾ ਸਕੇਅਰ, ਇਹਦਾ ਸਕੇਅਰ, ਇਹਦਾ ਸਕੇਅਰ, ਕਿਉਂਕਿ ਇਹਦਾ ਕੰਪਲੀਟ ਸਕੇਅਰ ਕਰੋਗੇ ਤਾਂ ਅਲੱਗ ਅਲੱਗ ਹੋ ਜਾਏਗਾ ਨਾ, ਸਾਰਿਆਂ ਦਾ ਕਰਨਾ ਸਕੇਅਰ। ठीक है, एक बार फिर तो A क्रॉस B ਇਹਦਾ ਮੈਗਨੀਟਿਊਡ ਪਲੱਸ A ਡਾਟ B ਇਹਦਾ ਮੈਗਨੀਟਿਊਡ ਇਜ਼ ਇਕੁਅਲ ਟੂ A ਦਾ ਮੈਗਨੀਟਿਊਡ ਅਲੱਗ, B ਦਾ ਮੈਗਨੀਟਿਊਡ ਅਲੱਗ, ਇਹਦਾ ਸਕੇਅਰ, ਇਹਦਾ ਸਕੇਅਰ, ਇਹਦਾ ਸਕੇਅਰ, ਇਹਦਾ ਸਕੇਅਰ, ਸਾਰਿਆਂ ਦਾ ਕਰ ਦੇਣਾ ਸਕੇਅਰ। ਬਹੁਤ ਹੀ ਇੰਪੋਰਟੈਂਟ ਹੈ ਜੀ ਇਹ ਆਪਣੇ ਕੋਲ ਲੈਗਰੈਂਜ ਇਕੁਐਲਿਟੀ। ਇਹ ਸਿੱਧੀ ਹੀ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ, ਜਾਂ ਫਿਰ ਇੱਕ MCQ ਇਹਦੇ ਬੇਸ ਤੇ ਪੁੱਛਿਆ ਜਾਂਦਾ ਹੈ। ਜਾਂ ਤਾਂ ਆਪਾਂ ਨੂੰ ਆਹ ਪੁੱਛ ਲੈਣਗੇ, ਆ ਦਿੱਤਾ ਹੋਏਗਾ, ਆ ਦਿੱਤਾ ਹੋਏਗਾ, ਆ ਦਿੱਤਾ ਹੋਏਗਾ, ਜਾਂ ਫਿਰ ਆਹ ਦੇ ਪੁੱਛ ਲੈਣਗੇ, ਆ ਦਿੱਤਾ ਹੋਏਗਾ, ਆ ਦਿੱਤਾ ਹੋਏਗਾ, ਤਾਂ ਕੁਛ ਵੀ ਪੁੱਛਿਆ ਜਾ ਸਕਦਾ। ਆਪਣੇ ਕੋਲ MCQ ਆਉਣਗੇ ਇਹਦੇ, ਉਦੋਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ ਕਿਸ ਤਰ੍ਹਾਂ ਦੇ MCQ ਪੁੱਛੇ ਜਾ ਸਕਦੇ। ਕਲੀਅਰ। ਹੁਣ ਆਪਾਂ ਗੱਲ ਕਰਦੇ ਹਾਂ ਵੈਕਟਰ ਪ੍ਰੋਡਕਟ ਦੀ। ਵੈਕਟਰ ਪ੍ਰੋਡਕਟ ਕੀ ਹੁੰਦੀ ਹੈ ਆਪਾਂ ਨੂੰ ਪਤਾ ਹੀ ਹੈ। ਵੈਕਟਰ ਪ੍ਰੋਡਕਟ ਨੂੰ ਆਪਾਂ ਡਿਨੋਟ ਕਰਦੇ ਹਾਂ ਮਲਟੀਪਲਾਈ ਨਾਲ, ਸਕੇਲਰ ਨੂੰ ਡਾਟ ਕਰਦੇ ਸੀ ਡਾਟ ਨਾਲ, ਵੈਕਟਰ ਨੂੰ ਮਲਟੀਪਲਾਈ ਦੇ ਸਿੰਬਲ ਨਾਲ, ਸਕੇਲਰ ਨੂੰ ਡਾਟ ਨਾਲ। ਠੀਕ ਹੈ ਜੀ, ਤਾਂ ਵੈਕਟਰ ਪ੍ਰੋਡਕਟ ਅਗਰ ਦੋ ਵੈਕਟਰਸ ਦੇ ਵਿਚਕਾਰ ਲੱਗੇਗੀ, A क्रॉस B ਦੇ ਵਿਚਕਾਰ ਅਗਰ ਲੱਗੇਗੀ, ਤਾਂ ਇਹ ਆਏਗੀ ਮੈਗਨੀਟਿਊਡ ਆਫ A, ਮੈਗਨੀਟਿਊਡ ਆਫ B ਇਨਟੂ ਸਾइन थीटा ਇਨਟੂ n ਕੈਪ, ਯਾਨੀ ਕਿ ਯੂਨਿਟ ਵੈਕਟਰ। ਇਹ ਹੁੰਦੀ ਹੈ ਜੀ ਆਪਣੇ ਕੋਲ ਡਾਟ ਪ੍ਰੋਡਕਟ। अगर आप एंगल फाइंड करना होवे तो अपने को ये सही मैथड नहीं मन्निया जाता आ वाला। क्यों नहीं मन्निया जाता? क्योंकि इत्थे आपां नूं चाहीदा हुंदा n कैप, ਤੇ A क्रॉस B भी अपने को सीधा आएगा, A क्रॉस B भी अपने को वैक्टर फॉर्म ਦੇ ਵਿੱਚ ਹੀ ਬਣੇਗਾ, ਮੈਗਨੀਟਿਊਡ ਨਹੀਂ ਆਏਗਾ ਤਾਂ ਇਹਦੇ ਲਈ ਆਪਾਂ ਫਿਰ ਕੀ ਕਰਦੇ ਆ, ਇਹਦੇ ਲਈ ਆਪਣੇ ਕੋਲ ਰਿਜ਼ਲਟ ਹੁੰਦਾ n ਕੈਪ ਦਾ, n ਕੈਪ ਦਾ ਰਿਜ਼ਲਟ ਹੁੰਦਾ ਆਪਣੇ ਕੋਲ A क्रॉस B ਨੀਚੇ A क्रॉस B ਦਾ ਮੈਗਨੀਟਿਊਡ। ठीक है जी, तो ਇਹਨੂੰ ਆਪਾਂ ਇਹਦੇ ਥੱਲੇ ਫਿਲ ਕਰ ਦਿੰਦੇ ਆ। A क्रॉस B ਦਾ ਮੈਂ A क्रॉस B ਸਿੰਪਲ ਮੈਗਨੀਟਿਊਡ ਨਹੀਂ ਲੈਣਾ, A ਵੈਕਟਰ B ਵੈਕਟਰ sin थीटा n कैप ਦੀ ਜਗ੍ਹਾ ਫਿਲ ਕਰ ਦੋ A क्रॉस B ਦਾ ਮੈਗਨੀਟਿਊਡ। ਠੀਕ ਹੈ ਜੀ, ਤਾਂ ਇਹਦੇ ਨਾਲ ਆ ਕੱਟਿਆ ਗਿਆ, ਤਾਂ ਆ ਕ੍ਰਾਸ ਮਲਟੀਪਲਾਈ ਕਰ ਦਾਂਗੇ ਇੱਧਰ, ਤਾਂ ਇਹ ਆ ਜਾਏਗਾ ਆਪਣੇ ਕੋਲ ਮੈਗਨੀਟਿਊਡ A क्रॉस B इज इक्वल टू A ਵੈਕਟਰ B ਵੈਕਟਰ sin थीटा। ਆ ਹੁੰਦਾ ਜੀ ਆਪਣੇ ਕੋਲ ਰਾਈਟ ਫਾਰਮੂਲਾ ਐਂਗਲ ਫਾइंड ਕਰਨ ਦਾ। ਠੀਕ ਹੈ ਜੀ, A क्रॉस ਰਾਈਟ ਤਾਂ ਇਹ ਵੀ ਹੈ, ਅਗਰ ਆਪਣੇ ਕੋਲ n ਕੈਪ ਦਿੱਤਾ ਹੋਇਆ ਤਾਂ ਫਿਰ ਆਪਾਂ ਇਦੋਂ ਵੀ ਫਾइंड ਕਰ ਸਕਦੇ ਹਾਂ, ਬਟ ਇੱਥੇ ਦਿੱਕਤ ਕੀ ਆਏਗੀ ਕਿ A क्रॉस B ਆਪਣੇ ਕੋਲ ਵੈਕਟਰ ਫਾਰਮ ਦੇ ਵਿੱਚ ਆ ਜਾਵੇਗਾ, ਤਾਂ ਉਹਨੂੰ ਸੋਲਵ ਕਰਨਾ ਆਪਣੇ ਡਿਫਿਕਲਟ ਹੋਏਗਾ। ਤਾਂ ਇਹਦੇ ਲਈ ਆਹ ਫਾਰਮੂਲਾ ਹੈ ਜੋ ਬੈਸਟ ਹੈ ਐਂਗਲ ਫਾइंड ਕਰਨ ਲਈ। ਇੱਥੋਂ ਅਗਰ sin थीटा ਆਪਾਂ ਡਰਾਈਵ ਕਰੀਏ ਕੀ ਆਏਗਾ, sin थीटा अपना आएगा A क्रॉस B ਦਾ ਮੈਗਨੀਟਿਊਡ नीचे A मैग्नीट्यूड B मैग्नीट्यूड, ये ਹੁੰਦਾ sin थीटा पॉइंट। cos थीटा ਦਾ ਕੀ ਸੀ ਆਪਣੇ ਕੋਲ, cos थीटा ਦਾ A डॉट B A मैग्नीट्यूड B मैग्नीट्यूड। ਆ ਦੋਨੋਂ ਫਾਰਮੂਲੇ ਤੇ ਇੱਕ ਕੁਐਸਚਨ ਆਪਾਂ ਨੂੰ ਐਗਜ਼ਾਮ ਦੇ ਵਿੱਚ ਮਿਲਦਾ ਹੀ ਮਿਲਦਾ ਦੇਖਣ, ਤੁਸੀਂ ਇਹ ਚੰਗੀ ਤਰ੍ਹਾਂ ਲਰਨ ਕਰ ਲੈਣੇ। चलो जी ਹੁਣ ਕਰਦੇ ਆਪਾਂ MCQ। ਬਹੁਤ ਹੋ ਗਿਆ ਆਪਣੇ ਕਨਸੈਪਟ, ਕੁਝ ਕਨਸੈਪਟ ਕੱਲ ਕਰ ਲਵਾਂਗੇ, ਨਾਲ MCQ ਕਰਨੇ ਜ਼ਰੂਰੀ ਹੁੰਦੇ ਨੇ, ਤਾਂ ਆਪਾਂ ਹੁਣ MCQ ਕਰਦੇ ਹਾਂ। A vector equally inclined to the axis, A vector equally inclined to axis, equally inclined ਦਾ ਮਤਲਬ ਕੀ ਹੈ, ਐਂਗਲ ਸੇਮ ਹੈ। ਅਗਰ ਐਂਗਲ ਸੇਮ ਹੈ ਤਾਂ ਇਹਦਾ ਮਤਲਬ ਉਹਦੇ ਜਿਹੜੇ ਡਾਇਰੈਕਸ਼ਨ ਰੇਸ਼ੋ ਨੇ ਜਾਂ ਡਾਇਰੈਕਸ਼ਨ ਸਾਈਨ ਸੇਮ ਆਣਗੇ। मतलब इक्वली इंक्लाइंड है, इक्वली इंक्लाइंड का मतलब की है एंगल सेम cos अल्फा cos अल्फा cos अल्फा, यानी कि L इज इक्वल टू cos अल्फा, M इज इक्वल टू cos अल्फा, N इज इक्वल टू cos अल्फा। ठीक है जी, आई आना चाहिए। तो इत्थों अपने को जो डायरेक्शन रेशो ने वो सेम आने चाहिए ने, तो डायरेक्शन रेशो देख लो कि सेम ने, ये डायरेक्शन रेशो की बन गए 1 1 1। ठीक है, ये बन गए 1 -1 1, ये 1 -1 -1।
-1 1 -1 ਇਹਦੇ ਤਾਂ ਸੇਮ ਨਹੀਂ ਹੈਗੇ, ਇਹਦੇ ਵੀ ਡਾਇਰੈਕਸ਼ਨ ਰੇਸ਼ੋ ਸੇਮ ਨਹੀਂ, ਇਹਦੇ ਵੀ ਨਹੀਂ ਸੇਮ, ਤਾਂ ਸਿਰਫ ਇਹ ਆਪਸ਼ਨ ਹੈ ਜਿਹਦੇ ਤੇ ਡਾਇਰੈਕਸ਼ਨ ਰੇਸ਼ੋ ਕੀ ਨੇ ਸੇਮ ਨੇ, ਤਾਂ ਇਹ ਵੈਕਟਰ ਹੀ ਹੋਏਗਾ ਜਿਹੜਾ ਇਕੁਅਲੀ ਇਨਕਲਾਈਨਡ ਹੋਏਗਾ ਟੂ ਐਕਸਿਸ ਦੇ ਉੱਪਰ। ਠੀਕ ਹੈ ਜੀ, ਇੱਥੋਂ ਆਪਾਂ ਫਾਈਂਡ ਕਰ ਲਏ ਕਿ ਇਕੁਅਲੀ ਇਨਕਲਾਈਨਡ ਦਾ ਮਤਲਬ ਕੀ ਹੈ, ਉਹਨਾਂ ਦੇ ਜਿਹੜੇ ਡਾਇਰੈਕਸ਼ਨ ਰੇਸ਼ੋ ਨੇ ਜਾਂ ਡਾਇਰੈਕਸ਼ਨ ਕੋਸਾਈਨ ਨੇ ਉਹ ਸੇਮ ਹੋਣਗੇ ਤਾਂ ਆਪਣੇ ਕੋਲ ਆਪਾਂ ਉਹਨਾਂ ਦੇ ਡਾਇਰੈਕਸ਼ਨ ਰੇਸ਼ੋ ਫਾਈਂਡ ਕਰਕੇ ਦੇਖ ਲਏ ਤਾਂ ਆਪਣੇ ਕੋਲ ਆਹ ਵਾਲਾ ਵੈਕਟਰ ਬਣ ਗਿਆ। ਫਿਰ क्वेश्चन नंबर 2, दसो जी कौन दसेगा आंसर जल्दी ना। द पोजीशन वेक्टर ऑफ ए पॉइंट विच डिवाइड द जॉइन ऑफ द पॉइंट विद पोजीशन वेक्टर ए प्लस बी। एक पोजीशन अपन दे रखी है ए प्लस बी और दूसरी पोजीशन है अपने को 2a माइनस बी। इनका रेशो किहड़ी रेशो डिवाइड हो रही है 1:2 ਦੇ ਵਿੱਚ, ਤਾਂ ਆਪਾਂ ਦੱਸਣਾ ਹੈ ਕੀ ਆਏਗਾ। ਇੰਟਰਨਲੀ ਡਿਵਾਈਡ ਹੋ ਰਹੀ ਹੈ, इंटरनली का मतलब अंदर डिवाइड है, एक्सटर्नली होंगी है बाहर डिवाइड करे, इंटरनली अंदर। तो लगा देवांगे तो सैक्शन फॉर्मूला की कहता है ए मल्टीप्लाई ए मल्टीप्लाई ए डिवाइड कर दो इन्हों के सम नाल। तो करो जी 1 की मल्टीप्लाई ए करो पहला, तो 2a माइनस बी, फिर प्लस इंटरनली है तो बिच प्लस आएगा, 2 की मल्टीप्लाई इन्हों हो जाएगा 2a प्लस 2b और नीचे आएगा अपने को 1 + 2। ठीक है जी, तो कितना हो गया 2a और 2a 4a, 2b माइनस बी प्लस द बी अपॉन आ गया 3, 4a प्लस b अपॉन 3। रॉन्ग डी राइट, 4a प्लस b अपॉन 3। इस तरह का क्वेश्चन भी आपको एग्जाम के बहुत बार पूछा गया मास्टर कैडर। सिंपल जैम MCQ है, बस आप इतने गलती कर दें इनू मल्टीप्लाई करने वाले कई बार आप सोच जाते हैं अलग अलग लै लें ए ते बी ए ते बी इतने अलग अलग नहीं लेना, सिर्फ एक पॉइंट मान के ही चलना है। कई बार आप कर दें 1 की मल्टीप्लाई 2 नाल करती, 2 की मल्टीप्लाई इधर करती, फिर ए मल्टीप्लाई बी नाल करती, 2 की मल्टीप्लाई इधर बी नाल करती, तो आप अलग अलग नहीं मनना होंगे, ये सिर्फ एक पॉइंट ही मनिया जाएगा 2a माइनस बी एक वैक्टर मनिया जाएगा। ठीक है जी, तो इस प्रकार की गलती तो बचना है आप। क्वेश्चन नंबर 3, a vector in the direction of vector I minus 2j cap plus 2k cap that has magnitude 15। देखो मैग्नीट्यूड अगर दिता हो तो यह मतलब होंगे है यूनिट वैक्टर फाइंड करो तो मैग्नीट्यूड नाल मल्टीप्लाई कर दो, मैग्नीट्यूड नाल की कर दो मल्टीप्लाई, पहला यूनिट वैक्टर इस वैक्टर का यूनिट वैक्टर फाइंड करो। ठीक है जी, उस दो बाद यूनिट वैक्टर आने तो बाद किहदे नाल मल्टीप्लाई कर दो मैग्नीट्यूड नाल, ਇਹਦਾ यूनिट वैक्टर फाइंड करो I minus 2j plus 2k यूनिट वैक्टर ए वैक्टर नीचे ए वैक्टर का मैग्नीट्यूड यानी कि मैग्नीट्यूड कितना आएगा 1 + 4 + 4, तो ये अपने को आ गया 1i minus 2j plus 2k, नीचे आएगा √9 यानी कि 3। हुण इहनूं मल्टीप्लाई किहदे नाल करना है आपां 50 नाल मैग्नीट्यूड नाल, तो कट्टिया गया 5 आ गया इत्थे, तो 5 की मल्टीप्लाई कर दो अंदर 5i minus 10j प्लस 10k। देख लो जी कि ऑप्शन बन रहा है, पहला नहीं बन रहा, दूजा नहीं बन रहा, तीसरा नहीं, 5i minus 10j plus 10k, डी ऑप्शन राइट बन। ये क्वेश्चन भी शायद तक एक बार आया हुआ अपने एग्जाम के 5i minus 10j plus 10k, स्टेटमेंट में भी डिफरेंट हो बट इस टाइप का। ठीक है जी, तो इनू आप इतना डील कर लवांगे। क्वेश्चन नंबर 4, if for non-zero vector a and b, a cross b is a unit vector, a cross b अपन की दिता हुआ है, a cross b अपन यूनिट वेक्टर दिता हुआ है यानी कि 1, इसकी वैल्यू कितनी है 1, एंड a वेक्टर का मैग्नीट्यूड कितना है √2। देखते हैं जी कौन करेगा इस क्वेश्चन, b वेक्टर का मैग्नीट्यूड भी कितना है √2, देन एंगल थीटा बिटवीन वेक्टर a एंड b। तो हम देखो क्रॉस प्रोडक्ट दे रखी है, ਇਹਦਾ मतलब एंगल अपने को आएगा साइन, अगर डॉट होंगी तो कॉस आता, अगर क्रॉस है तो साइन आएगा, तो साइन थीटा अपने को की होंगे, साइन थीटा अपने को होंगे ए क्रॉस बी का मैग्नीट्यूड, नीचे ए वैक्टर का मैग्नीट्यूड बी वैक्टर का मैग्नीट्यूड। हम देखो ये यूनिट वैक्टर है 1 है, तो यदा मैग्नीट्यूड भी तो 1 ही होएगा, फिल कर दो 1, ए वैक्टर का मैग्नीट्यूड √2
ਇਹਦਾ ਵੀ √2 ਤਾਂ √2 ਦੀ √2 ਨਾਲ ਮਲਟੀਪਲਾਈ ਕੀਤੀ 2 ਤਾਂ ਯਾਨੀ ਕਿ sin ਥੀਟਾ ਕਿੰਨਾ ਆ ਗਿਆ ਆਪਣੇ ਕੋਲ 1/2 ਤਾਂ sin ਥੀਟਾ 1/2 ਕਿੰਨੇ ਤੇ ਹੁੰਦਾ ਹੈ ਥੀਟਾ ਹੁੰਦਾ 30 ਡਿਗਰੀ ਤੇ ਜਾਂ ਇਹਨੂੰ ਲਿਖ ਸਕਦੇ ਹਾਂ ਆਪਾਂ 5/6 5/6 ਜਾਂ 30 ਡਿਗਰੀ ਤਾਂ ਆਪਸ਼ਨ ਨੰਬਰ wrong ਆ ਰਾਈਟ ਸੀ ਆਪਸ਼ਨ ਰਾਈਟ ਜੀ ਅਗਲੋ ਕਲੀਅਰ ਗੱਲ ਤੁਹਾਨੂੰ A cross B ਆਪਾਂ ਨੂੰ ਯੂਨਿਟ ਵੈਕਟਰ ਦਿੱਤਾ ਹੋਇਆ ਸੀ ਇਸ ਚੀਜ਼ ਨੂੰ ਆਪਾਂ ਧਿਆਨ ਨਾਲ ਦੇਖਣਾ A cross B ਯੂਨਿਟ ਵੈਕਟਰ ਠੀਕ ਹੈ ਮੈਗਨੀਟਿਊਡ ਦੇ ਰੱਖਿਆ ਸੀ ਆਪਾਂ ਨੂੰ A ਦਾ B ਦਾ ਸਿੰਪਲੀ ਫਿਲ ਕਰਨਾ ਸੀ ਫਿਰ ਕੀਤਾ ਤੇ ਆਪਣਾ ਆਨਸਰ ਆ ਗਿਆ क्वेश्चन नंबर 5 फिफ्थ क्वेश्चन कौन करेगा जी ਇਹ क्वेश्चन है ਜਿਹੜਾ ਆਪਣਾ ਬੇਸਡ ਹੈ ਲੈਗਰੈਂਜ ਆਇਡੈਂਟਿਟੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ ਨੂੰ ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਆ ਲੈਗਰੈਂਜ ਆਇਡੈਂਟਿਟੀ ਤੇ ਇਹ ਉਹ ਵਾਲਾ ਕੁਐਸਚਨ ਹੈ ਜਿਹੜਾ ਲੈਗਰੈਂਜ ਆਇਡੈਂਟਿਟੀ ਤੇ ਬੇਸਡ ਹੈ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਨੂੰ ਕੀ ਯਾਦ ਹੋਣੀ ਚਾਹੀਦੀ ਹੈ ਲੈਗਰੈਂਜ ਆਇਡੈਂਟਿਟੀ ਤਾਂ ਕੀ ਹੁੰਦੀ ਹੈ ਜੀ ਆਪਣੇ ਕੋਲ A क्रॉस B ਇਹਦਾ ਸਕੁਅਰ ਪਲੱਸ A ਡਾਟ B ਦਾ ਸਕੁਅਰ ਇਜ਼ ਇਕੁਅਲ ਟੂ A ਦਾ ਸਕੁਅਰ ਮੈਗਨੀਟਿਊਡ B ਦਾ ਸਕੁਅਰ ਠੀਕ ਹੈ ਜੀ ਤਾਂ ਫਿਲ ਕਰ ਦਿਓ ਜੋ ਦਿੱਤਾ ਹੋਇਆ A क्रॉस B ਦਾ ਫਾਈਂਡ ਕਰਨਾ ਇਹਨੂੰ ਤਾਂ ਐਜ਼ ਇਟ ਇਜ਼ ਰੱਖ ਲਓ A क्रॉस B ਦਾ ਸਕੁਅਰ ਐਜ਼ ਇਟ ਇਜ਼ ਰੱਖ ਲਿਆ ਪਲੱਸ A ਡਾਟ B ਦਾ ਸਕੁਅਰ √3 ਇਹਦਾ ਸਕੁਅਰ ਮੈਗਨੀਟਿਊਡ A ਦਾ ਸਕੁਅਰ मैग्नीट्यूड A कितना है 8 8 का स्केयर कितना हो गया 64 64 B कितना है 3 3 का स्केयर 9 ਤਾਂ A क्रॉस B ਦਾ स्केयर ਇਹ ਤਾਂ ਆਪਾਂ ਫਾਈਂਡ ਕਰਨਾ ਆ ਉਧਰ ਚੱਲ ਜਾਏਗਾ ਇਹ ਹੋ ਗਿਆ 9 ਚੌਕਾ 36 9 54 352 576 ਮਾਈਨਸ ਇਹਦਾ ਆਪਾਂ ਸਕੇਅਰ ਕਰਾਂਗੇ 144 144 ਨੂੰ 3 ਨਾਲ ਕਰਾਂਗੇ ਇਹ ਆਏਗਾ ਆਪਣੇ ਕੋਲ 432 144 ਨੂੰ ਕੀਤਾ 432 ਹਾਂਜੀ ਤਾਂ ਇਹਦੇ ਚੋਂ ਅਗਰ ਸਬਟ੍ਰੈਕਟ ਕਰਾਂਗੇ 6 4 7 3 ਗਏ 4 5 4 ਗਿਆ 144 ਇਹ 144 ਆ ਗਿਆ ਬਟ ਆਪਾਂ ਨੂੰ ਕੀ ਚਾਹੀਦਾ ਓਨਲੀ A क्रॉस B ਦਾ ਮੈਗਨੀਟਿਊਡ ठीक है स्केयर उधर जाके की हो जाएगा रूट होता है अपने को आ जाएगा 12 सिंपली 12 ऑप्शन नंबर ए राइट ठीक है लैग्रैंज आइडेंटिटी ਤੇ ਆਪਾਂ ਨੂੰ ਇਸ ਤਰ੍ਹਾਂ ਦਾ ਕੁਐਸਚਨ ਦੇਖਣ ਨੂੰ ਮਿਲੇਗਾ ਜਾਂ ਤਾਂ ਸਿੰਪਲ ਲੈਗਰੈਂਜ ਆਇਡੈਂਟਿਟੀ ਪੁੱਛੀ ਜਾਵੇਗੀ ਐਗਜ਼ਾਮ ਦੇ ਵਿੱਚ ਜਾਂ ਆਪਾਂ ਨੂੰ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਵੇਗਾ ਤਾਂ ਤੁਸੀਂ ਲੈਗਰੈਂਜ ਆਇਡੈਂਟਿਟੀ ਬਹੁਤ ਧਿਆਨ ਨਾਲ ਕਰਨੀ ਹੈ ਠੀਕ ਹੈ ਜੀ ਇਹ ਮੋਸਟ ਇੰਪੋਰਟੈਂਟ ਹੈ ਵੈਕਟਰ ਦੇ ਵਿੱਚ क्वेश्चन नंबर 6 given vector pq and position vector of point p is then position vector of q देखो pq ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ pq ਵੈਕਟਰ ਅਗਰ ਆਪਾਂ ਨੇ ਹੁੰਦਾ q ਵੈਕਟਰ ਮਾਈਨਸ p ਵੈਕਟਰ ਇਦਾਂ ਹੀ ਆਪਾਂ ਪੋਜੀਸ਼ਨ ਵੈਕਟਰ ਫਾਈਂਡ ਕਰਦੇ ਹਾਂ ਤਾਂ ਉਹਨਾਂ ਨੇ ਆਪਾਂ ਨੂੰ pq ਵੈਕਟਰ ਦੇ ਰੱਖਿਆ pq ਕਿੰਨਾ ਦੇ ਰੱਖਿਆ 2i + j - 3 फिर उन्होंने की पूछा क्यू पूछा होया तो क्यू फाइंड करना है पी भी दिता होया पी अपन दिता है 3j - 2k ठीक है तो हम क्यू आप फाइंड करना तो क्यू की आएगा आ इधर आके प्लस हो जाएगा 2i + j - 3k ये हो जाएगा प्लस 3j + 2k तो कर लो जी क्यू वैक्टर अपने को कितना आ जाएगा 2i तो है ही नहीं तो i वाला तो सेम जे और जे जुड़ जाएंगे 4j और -3k प्लस द 2k माइनस द k ये आप गया अपने को क्यू वैक्टर थोड़ा जिहा उन्होंने कन्फ्यूज किया सी आपां नूं सिंपली वैसे तो आपां नूं पी क्यू पुछदे हुंदे ने बट उन्होंने चलाकी करी पी देता क्यू पुछ लिया विचों तो आपां किहड़ा घट है किसी नालों आपां क्यू फाइंड कर दो क्वेश्चन नंबर 7 द मॉडुलस फाइंड करना है इस क्वेश्चन का 7i - 2j + k तो मॉडुलस की हुंदा है मान लो ये a वैक्टर है ਇਹਦਾ मॉडुलस की होएगा a वैक्टर का मैग्नीट्यूड फाइंड कर लो ये हो जाएगा 7 का 49 -2 का 4 k का 1 ये हो गया √54 कंफ्यूज हो जाएंगे कि अपना तो आंसर नहीं आ रहा इतने 55 आ रहा अपना 54 आ रहा तो रोंग हो गया ਇਹਦੇ ਬਾਰੇ ਆਪਾਂ ਜ਼ਰੂਰ ਸੋਚਾਂਗੇ ਇੱਕ ਵਾਰ ਆਪਾਂ ਦੁਬਾਰਾ ਕੈਲਕੂਲੇਸ਼ਨ ਕਰਨ ਜ਼ਰੂਰ ਆਵਾਂਗੇ
ਇੱਥੇ ਕਰਕੇ ਕਿ ਆਪਣਾ ਤਾਂ 54 ਬਣਦਾ ਹੈ ਬਟ ਆਨਸਰ ਕਿੰਨਾ ਆ ਰਿਹਾ 55 ਆ ਰਿਹਾ ਬਟ ਅੱਗੇ ਅਗਰ ਆਪਾਂ ਨੂੰ ਦੇਖੀਏ ਤੋੜ ਕੇ ਤਾਂ ਇਹ ਆਪਣਾ ਬਣੇਗਾ ਰੂਟ ਦੇ ਅੰਦਰ 9 into 6 ਤਾਂ 9 ਬਾਹਰ ਆ ਜਾਏਗਾ ਤਾਂ ਇਹ ਹੋ ਜਾਏਗਾ 3 root 6 ਰੀਅਲ ਆਪਣਾ ਆਨਸਰ ਬਣ ਜਾਏਗਾ ਇਹ ਰਾਈਟ ਆਨਸਰ ਜਿਹੜਾ ਹੈਗਾ ਆਪਸ਼ਨ ਨੰਬਰ ਸੀ ਆਪਣੀ ਰਾਈਟ ਹੋ ਜਾਵੇ ਬਟ ਕਨਫਿਊਜ਼ ਕਰਨ ਲਈ ਆਪਾਂ ਇੱਕ ਵਾਰ ਜ਼ਰੂਰ ਕਨਫਿਊਜ਼ ਹੋਵਾਂਗੇ ਕਿ ਆਪਣਾ ਤਾਂ 54 ਆ ਰਿਹਾ ਕਿਤੇ ਆਪਣੀ ਮਿਸਟੇਕ ਤਾਂ ਨਹੀਂ ਠੀਕ ਹੈ ਜੀ ਤਾਂ ਇਦਾਂ ਬਹੁਤ ਵਾਰ ਹੁੰਦਾ ਹਰ ਇੱਕ ਨਾਲ ਹੁੰਦਾ ਹੈ ਤਾਂ ਤੁਸੀਂ ਧਿਆਨ ਰੱਖਣਾ ਹੈ ਆਪਸ਼ਨ ਦਾ ਅਗਰ ਇੱਥੇ ਨਨ ਆਫ ਥੀਸ ਹੁੰਦੀ ਨਾ ਤਾਂ ਆਪਾਂ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦਾ ਸੀ ਵੀ ਇੰਨਾ ਆਪਣੇ ਕੋਲ ਟਾਈਮ ਨਹੀਂ ਹੁੰਦਾ ਵੈਸੇ ਤਾਂ ਸਭ ਨੂੰ ਪਤਾ ਹੀ ਹੈ ਗੱਲਾਂ ਇਹ ਰੂਟ 54 ਨੂੰ ਲਿਖਣਾ ਸਭ ਨੂੰ ਆਉਂਦਾ ਹੈ 3 root 6 ਬਟ ਟਾਈਮ ਦੀ ਮੈਨੇਜਮੈਂਟ ਕਾਰਨ ਆਪਾਂ ਜਲਦਬਾਜ਼ੀ ਕਰ ਦਿੰਦੇ ਆ ਉੱਥੇ ਆਪਾਂ ਨਨ ਆਫ ਥੀਸ ਵੱਲ ਜਾਵਾਂਗੇ ਜਾਂ ਫਿਰ ਆਪਾਂ ਦੇਖਾਂਗੇ ਰੂਟ 55 ਚ ਹੋ ਸਕਦਾ ਵੀ ਆਪਣੇ ਕੋਈ ਮਿਸਟੇਕ ਹੋਵੇ ਜਲਦੀ ਜਲਦੀ ਨਾਲ ਲਗਾ ਕੇ ਅੱਗੇ ਲੰਘ ਜਾਵਾਂਗੇ ਤਾਂ ਇਦਾਂ ਨਹੀਂ ਕਰਨਾ ਹੁੰਦਾ ਆਪਾਂ ਹਰ ਇੱਕ ਆਪਸ਼ਨ ਨੂੰ ਬਰੀਕੀ ਨਾਲ ਦੇਖਣਾ ਹੁੰਦਾ ਠੀਕ ਹੈ ਜੀ ਕੁਐਸਚਨ ਨੰਬਰ 8 ਇਫ O ਵੀ ਦਾ origin O ਕੋਈ origin ਹੈ ਉਹ origin ਤੇ ਹੁਣ ਆਪਾਂ ਨੂੰ ਪਤਾ ਹੀ ਹੈ origin ਹੈ ਤਾਂ 0i 0j 0k ਇਹੀ ਹੋਏਗਾ origin ਤੇ ਤਾਂ 0 0 ਹੀ ਹੁੰਦੇ ਨੇ OP ਵੈਕਟਰ ਆਪਾਂ ਨੂੰ ਦੇ ਰੱਖਿਆ ਹੈ OP ਮਤਲਬ origin ਤੋਂ ਬਣਿਆ ਹੈ ਤਾਂ origin ਤੋਂ ਬਣਿਆ P ਦੇ ਵਿੱਚੋਂ O ਘਟਾਵਾਂਗੇ ਤਾਂ ਕੋਈ ਫਰਕ ਨਹੀਂ ਪੜੇਗਾ ਮਤਲਬ ਇਹ ਸਿਰਫ P ਦੇ ਇਕੁਅਲ ਹੀ ਹੋਏਗਾ OP ਵੈਕਟਰ ਹੈ ਜਿਹੜਾ ਉਹ ਕਿਹਦੇ ਇਕੁਅਲ ਹੋਏਗਾ ਸਿੰਪਲੀ P ਦੇ ਇਕੁਅਲ ਹੋਏਗਾ ਕਿਉਂਕਿ ਅਗਰ P ਵੈਕਟਰ ਦੇ ਵਿੱਚੋਂ 0 ਵੈਕਟਰ ਘਟਾਵਾਂਗੇ ਤਾਂ P ਵੈਕਟਰ ਹੀ ਬਚਣਾ ਹੈ ਕੋਈ ਫਰਕ ਨਹੀਂ ਪੈਣਾ ਤੈਨੂੰ ਆਪਾਂ ਸਿੰਪਲੀ P ਵੈਕਟਰ ਵੀ ਲਿਖ ਸਕਦੇ ਹਾਂ 2i ਕੈਪ ਪਲੱਸ 3j ਕੈਪ ਮਾਈਨਸ 4k ਕੈਪ ਠੀਕ ਹੈ ਜੀ ਫਿਰ ਆਪਾਂ OQ ਵੈਕਟਰ ਦਿੱਤਾ ਹੋਇਆ ਇਹ ਵੀ origin ਤੋਂ ਹੈ ਤਾਂ OQ ਵੈਕਟਰ ਨੂੰ ਆਪਾਂ ਸਿੰਪਲੀ ਸੌਰੀ OQ ਵੈਕਟਰ ਨੂੰ ਸਿੰਪਲੀ ਆਪਾਂ Q ਵੈਕਟਰ ਵੀ ਲਿਖ ਸਕਦੇ ਹਾਂ ਤਾਂ ਇਹ ਕੀ ਆ ਜਾਏਗਾ 5i ਕੈਪ 4j ਕੈਪ ਮਾਈਨਸ 3k ਕੈਪ ਹੁਣ ਆਪਾਂ ਫਾਈਂਡ ਕੀ ਕਰਨਾ ਹੈ ਫਾਈਂਡ ਆਪਾਂ ਕਰਨਾ ਹੈ PQ ਵੈਕਟਰ ਤਾਂ PQ ਵੈਕਟਰ ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ ਹੈ PQ ਵੈਕਟਰ ਹੁੰਦਾ ਹੈ Q ਮਾਈਨਸ P Q ਮਾਈਨਸ P ਤਾਂ Q ਦੇ ਵਿੱਚੋਂ P ਮਾਈਨਸ ਕਰ ਦੋ 5 ਚੋਂ 2 ਗਿਆ 3i 4j ਚੋਂ 3j ਗਿਆ ਪਲੱਸ j ਮਾਈਨਸ 3 ਚੋਂ ਪਲੱਸ ਦਾ 4k ਗਿਆ ਪਲੱਸ ਦਾ k ਤਾਂ ਦੇਖ ਲਓ ਜੀ ਕਿਹੜੀ ਆਪਸ਼ਨ ਰਾਈਟ ਬਣਦੀ ਹੈ ਫਸਟ ਵੀ ਨਹੀਂ ਰਾਈਟ ਸੈਕਿੰਡ ਦੇ ਮੈਗਨੀਟਿਊਡ ਤਾਂ ਸੇਮ ਨੇ ਬਟ ਡਾਇਰੈਕਸ਼ਨ ਉਲਟ ਹੈ ਵੀ ਨਹੀਂ ਤਾਂ ਡੀ ਆਪਸ਼ਨ ਰਾਈਟ ਹੈ 3i plus j plus k ਠੀਕ ਹੈ ਇਦਾਂ ਆਪਾਂ ਫਾਈਂਡ ਕਰਨਾ ਹੈ ਇਹਨੂੰ ਦੇਖ ਕੇ ਕਨਫਿਊਜ਼ਨ ਨਹੀਂ ਹੋਣਾ ਕਿ OP ਵੈਕਟਰ ਦਿੱਤਾ ਹੋਇਆ OQ ਵੈਕਟਰ ਦਿੱਤਾ ਹੋਇਆ ਤਾਂ ਆਪਾਂ PQ ਵੈਕਟਰ ਕਿਵੇਂ ਫਾਈਂਡ ਕਰਾਂਗੇ ਕਿਉਂਕਿ OP origin ਤੋਂ ਹੈ ਨਾ ਅਗਰ P ਮਾਈਨਸ ਆਪਾਂ 0 ਕਰਾਂਗੇ ਤਾਂ ਸਿਰਫ P ਬਚੇਗਾ OP ਨੂੰ ਆਪਾਂ ਲਿਖ ਸਕਦੇ ਹਾਂ P ਮਾਈਨਸ 0 P ਮਾਈਨਸ 0 ਤੋਂ 0 ਤਾਂ ਕੋਈ ਮੁੱਲ ਨਹੀਂ ਹੈਗਾ ਇੱਥੇ ਮਾਈਨਸ ਦੇ ਵਿੱਚ ਮਾਈਨਸ ਪਲੱਸ ਦੇ ਵਿੱਚ ਕੋਈ ਮੁੱਲ ਨਹੀਂ 0 ਦਾ ਤਾਂ ਇੱਥੇ ਸਿੰਪਲੀ ਆਪਣੇ ਕੋਲ P ਬਚ ਜਾਏਗਾ ਇੱਥੇ ਸਿੰਪਲੀ Q ਬਚ ਜਾਏਗਾ ਤੇ ਆਪਾਂ ਇਹਨਾਂ ਤੋਂ ਫਾਈਂਡ ਕਰ ਲਵਾਂਗੇ PQ Question number 9 The scalar product of ਵੈਰੀ ਸਿੰਪਲ ਕੁਐਸਚਨ ਹੈ ਜੀ ਤੁਸੀਂ ਜਲਦੀ ਨਾਲ ਕਰੋ ਸਕੇਲਰ ਪ੍ਰੋਡਕਟ ਕਿੰਨੀ ਆਏਗੀ ਇਹਨਾਂ ਦੀ ਸਕੇਲਰ ਪ੍ਰੋਡਕਟ ਕੀ ਹੁੰਦੀ ਹੈ ਆਪਣੇ ਕੋਲ ਡਾਟ ਪ੍ਰੋਡਕਟ ਵੀ ਬੋਲਦੇ ਆ ਆਪਾਂ ਨੂੰ ਸਕੇਲਰ ਪ੍ਰੋਡਕਟ ਵੀ ਬੋਲਦੇ ਆ ਡਾਟ ਵੀ ਬੋਲਦੇ ਆ ਸਿੰਪਲੀ i ਦੀ i ਨਾਲ ਕਰਨੀ ਹੁੰਦੀ ਹੈ j ਦੀ j ਨਾਲ k ਦੀ k ਨਾਲ ਹੋਰ ਕਿਸੇ ਨਾਲ ਇਹਨਾਂ ਦੀ ਕੀ ਹੋ ਜਾਂਦੀ ਹੈ 0 ਹੋ ਜਾਂਦੀ ਹੈ ਤਾਂ i ਦੀ i ਨਾਲ ਕਰੋ ਜੀ 5 ਦੀ 3 ਨਾਲ ਕਰੋ 15 j ਦੀ j ਨਾਲ ਕਰੋ -4 k ਦੀ k ਨਾਲ ਕਰੋ -21 ਤਾਂ ਇਹ ਕਿੰਨਾ ਹੋ ਗਿਆ 15 - 25 ਇਹ ਆ ਗਿਆ ਮਾਈਨਸ ਦਾ 10 ऑप्शन नंबर बी -10 ठीक है जी क्लियर क्वेश्चन नंबर 9 क्लियर हो गया सब सिंपली प्रोडक्ट करने से क्वेश्चन 10 if a dot b is equal to 0 then अगर a dot b 0 हो गया अपने को फिर की होएगा की होएगा ये दसो की होएगा फिर कुछ तो होएगा ही की होएगा फिर कि a माइनस b 0 होंगे अगर a डॉट b 0 है ਇਹਨਾਂ ਦਾ ਤਾਂ ਆਪਸ ਵਿੱਚ ਦੂਰ ਦੂਰ ਤੱਕ ਰਿਸ਼ਤਾ ਨਹੀਂ ਹੈਗਾ ਡਾਟ ਦਾ ਮਾਈਨਸ ਨਾਲ ਨਾ ਡਾਟ ਦਾ ਪਲੱਸ ਨਾਲ ਰਿਸ਼ਤਾ ਹੈ ਹਾਂ ਇਹਨਾਂ ਦੋਨਾਂ ਦੇ ਵਿੱਚ ਆਪਾਂ ਕਨਫਿਊਜ਼ ਹੋ ਸਕਦੇ ਹਾਂ ਪਰਪੈਂਡੀਕੂਲਰ ਪੈਰਲਲ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਅਗਰ a ਡਾਟ b 0 ਹੋਵੇ ਤਾਂ ਦੋਨੋਂ ਵੈਕਟਰ ਕੀ ਹੁੰਦੇ ਨੇ ਇੱਕ ਦੂਸਰੇ ਦੇ ਪਰਪੈਂਡੀਕੂਲਰ ਹੁੰਦੇ ਨੇ ਜਿਵੇਂ ਕਿ a ਪਰਪੈਂਡੀਕੂਲਰ b ਆਪਸ਼ਨ ਨੰਬਰ a ਰਾਈਟ ਕਲੀਅਰ
क्वेश्चन नंबर 11, ए वैक्टर गिवन है, ਆਪਾਂ ਨੂੰ b वैक्टर गिवन है, then the value of a plus 3b into 2a minus b। a पहला a लिख लो जी एज इट इज i minus j plus 2k प्लस कहना है 3b, तो अपन सीधा 3 ना मल्टीप्लाई करके लिख रहे हैं, ये हो जाएगा 9i प्लस 6j माइनस 3k। ਇਹਨਾਂ ਦਾ ਤਾਂ ਸਮ ਕਰਨਾ ਪਹਿਲਾਂ, ਫਿਰ ਬ੍ਰੈਕਟ ਦੇ ਵਿੱਚ 2a, ਇਹਨੂੰ ਵੀ ਕਰ ਦੋ 2i माइनस 2j प्लस 4k, और माइनस b, माइनस सिंपली b करना है तो 3i प्लस 2j माइनस k। हाँ कर लो जी इन्होंने यार, आई 10i हो गया, 2k माइनस j प्लस 5j हो गया प्लस का 2k, और माइनस का 3k माइनस का k हो गया। फिर इनटू में 2i माइनस का i माइनस का i हो गया, माइनस का 2j माइनस का 2j माइनस का 4j हो गया, प्लस का 4k प्लस का k 5k। ਹੁਣ ਕਰ ਦੋ ਇਹਨਾਂ ਦੀ ਮਲਟੀਪਲਾਈ, i ਦੀ i ਵਾਲੇ ਨਾਲ ਕਰਾਂਗੇ -10, j ਦੀ j ਵਾਲੇ ਨਾਲ ਕਰਾਂਗੇ -20, k ਦੀ k ਵਾਲੇ ਨਾਲ ਕਰਾਂਗੇ -5। ਇਹ ਗੜਬੜ ਆ ਰਹੀ, -10 5 का 20 और माइनस टेन आई 2i माइनस 3। एक बार फिर तो चेक करते हैं कितने गड़बड़ आ रही है। i माइनस j प्लस 2k, ठीक है, ਇਹਨੂੰ ਆਪਾਂ ਕਰਨੀ ਸੀ 3 ਨਾਲ ਕੀਤੀ 9i प्लस 6j माइनस 3k, पता राइट है। फिर 2a 2i माइनस 2j प्लस 4k, ठीक है, माइनस करना सी 3i प्लस 2j, ओ सॉरी सॉरी सॉरी, 3i प्लस 2j माइनस k, बी एज टी लिखना ਸੀ ना, ये लिखता। हाँ ये हो गया i और i 10i माइनस j प्लस का 6j प्लस का 5k, 2k प्लस का माइनस का 3k माइनस का k, फिर इधरों 2i माइनस का 3i, ये हो गया माइनस का i माइनस का 2j माइनस का 2j माइनस का 4j प्लस का 4k और प्लस का k प्लस का 5k, 10 दी -10, 5 दी 4 नाल -20, माइनस k दी 5 नाल -5। मिस्टेक लभ नहीं रही कितने, अपना तो -35 बन रहा, आंसर ही नहीं मैच कर रहा, तो भी यही बन रहा है, ठीक नहीं लग, ये मैथ है ही ऐसी चीज, एक बार मिस्टेक हो जाए ना, मिस्टेक नहीं लभूगी ਆਪਾਂ ਨੂੰ, ਚਾਹੇ ਕਿੰਨੇ ਤੁਸੀਂ ਜ਼ੋਰ ਲਾ ਲਿਓ ਮਿਸਟੇਕ ਨਹੀਂ ਲੱਭਦੀ। ਇੱਕ ਵਾਰ ਅਗਰ ਗਲਤੀ ਹੋ ਗਈ ਤਾਂ ਹੋ ਗਈ, ਉਹ ਨਹੀਂ ਲੱਭਦੀ ਮੁੜ ਕੇ, ਕਿੰਨੇ ਜ਼ੋਰ ਲਾ ਲਿਓ ਕਿੰਨੇ ਚੈੱਕ ਕਰ ਲਿਓ, ਜਿਹੜੀ ਆਪਾਂ ਗਲਤੀ ਕਰ ਜਾਂਦੇ ਆ ਨਾ ਉਹ ਮੁੜ ਕੇ ਨਹੀਂ ਲੱਭਦੀ, ਜਾਂ ਤਾਂ ਉਹਨੂੰ ਨਵੇਂ ਸਿਰੇ ਤੋਂ ਕਰਨਾ ਪੈਂਦਾ ਹੈ ਜਾਂ ਫਿਰ ਛੱਡਣਾ ਪੈਂਦਾ ਹੈ। ਤਾਂ ਮੈਥ ਦੇ ਵਿੱਚ ਮਿਸਟੇਕ ਲੱਭਣਾ ਬਹੁਤ ਔਖਾ ਕੰਮ। ਚਲੋ ਤੁਸੀਂ ਚੈੱਕ ਕਰ ਲਿਓ ਪਲੀਜ਼ ਇਹਨੂੰ ਇੱਕ ਵਾਰ, ਹੋ ਸਕਦਾ ਹੈ ਸਟੇਟਮੈਂਟ ਰੋਂਗ ਹੋਵੇ ਜਾਂ ਆਪਸ਼ਨ ਰੋਂਗ ਹੋਣ, ਮੈਨੂੰ ਕੋਈ ਗਲਤੀ ਲੱਗ ਨਹੀਂ ਰਹੀ, ਨਾ ਹੀ ਨਜ਼ਰ ਆ ਰਹੀ ਹੈ, ਅਗਰ ਤੁਹਾਡਾ ਵੀ ਇਹੀ ਆंसर ਆ ਰਿਹਾ प्लीज ਤੁਸੀਂ ਚੈੱਕ ਕਰ ਲਓ ਪਲੀਜ਼, ਠੀਕ ਹੈ। क्वेश्चन नंबर 12, ए वैक्टर बी वैक्टर cos थीटा फाइंड कर, दो वैक्टर ਦਿੱਤੇ ਹੋਏ ਨੇ, ਦੋ ਵੈਕਟਰ ਦੇ ਵਿਚਕਾਰ ਆਪਾਂ ਐਂਗਲ ਫਾਈਂਡ ਕਰਨਾ ਹੈ, ਤਾਂ cos थीटा ਕੀ ਹੋਏਗਾ, i ਦੀ i ਨਾਲ 3, j ਦੀ j ਵਾਲੇ ਨਾਲ 4, k ਦੀ k ਵਾਲੇ ਨਾਲ +3, नीचे पहले का मैग्नीट्यूड 1 + 4 + 9, दूसरे का मैग्नीट्यूड 9 + 4 + 1, ऊपर हो गया 6 और 4 10, नीचे हो गया 9 4 13 1 14 और 14, तो यह होगा सिंपली 14। ठीक है, 2 से कट देंगे 5, 2 से कटिया 7, तो cos थीटा आ गया अपना 5/7, बी ऑप्शन है।
क्वेश्चन नंबर 13, मैग्नीट्यूड ऑफ ए प्लस बी द मोड इक्वल है ए माइनस बी दे मोड दे। दैन ए प्लस बी ए माइनस बी कदों पॉसिबल है? देखो अगर आप कहिए कि दोनों अगर इक्वल हो तो जमा ही नहीं इक्वल हो सकते। ए माइनस बी ते ए प्लस बी फिर तो कदे भी इक्वल नहीं हो सकते अगर दोनों वैक्टर आपस में इक्वल हो, क्योंकि इतने प्लस है इधर माइनस है। इक्वल वाली तो कंडीशन खत्म ही होगी अपने को, इक्वल तो होने नहीं चाहिए। ਤਾਂ ਪੈਰਲਲ A ਦੇ ਆ ਉਹਦਾ ਕੋਈ ਤੁੱਕ ਨਹੀਂ ਬਣਿਆ ਆਪਣੇ ਕੋਲ। A ਪੈਰਲਲ A ਦੇ ਜਾਂ ਤਾਂ ਆਪਣੇ ਕੋਲ ਇੱਥੇ ਹੁੰਦਾ A ਪੈਰਲਲ B, ਫਿਰ ਤਾਂ ਆਪਾਂ ਉਹਦੇ ਬਾਰੇ ਸੋਚਦੇ ਇਹ A ਦੇ ਹੀ ਪੈਰਲਲ ਹੈ, ਉਹ ਤਾਂ ਕੋਈ ਗੱਲ ਨਹੀਂ ਬਣੀ। ਤਾਂ ਆਪਣੇ ਕੋਲ ਜਿਹੜਾ ਰਾਈਟ ਆਨਸਰ ਹੋਏਗਾ A ਪਰਪੈਂਡੀਕੂਲਰ B। ਅਗਰ A B ਦੇ ਪਰਪੈਂਡੀਕੂਲਰ ਹੈ ਤਾਂ A ਪਲੱਸ B ਦਾ ਮੋਡ ਇਜ਼ ਇਕੁਅਲ ਟੂ ਹੋਏਗਾ A ਮਾਈਨਸ B ਦਾ ਮੋਡ। ਵੈਰੀ ਵੈਰੀ ਇੰਪੋਰਟੈਂਟ MCQ ਹੈ ਇਹ। ਇਹਦੇ ਵਿੱਚ ਉਹਨਾਂ ਨੇ ਆਪਸ਼ਨਾਂ ਥੋੜ੍ਹੀਆਂ ਜਿਹੀਆਂ ਆਪਾਂ ਨੂੰ ਸਿੱਧੀਆਂ ਹੀ ਦੇ ਦਿੱਤੀਆਂ, ਹੋ ਸਕਦਾ ਹੋਰ ਡਿਫੀਕਲਟ ਆਪਸ਼ਨ ਦੇ ਦੇਣ ਤਾਂ ਆਪਾਂ ਇਹਦੇ ਵਿੱਚ ਫਸ ਸਕਦੇ ਹਾਂ। ਤਾਂ ਆਪਾਂ ਧਿਆਨ ਰੱਖਣਾ ਹੈ A ਪਲੱਸ B ਦਾ ਮੋਡ ਕਿਦੋਂ ਇਕੁਅਲ ਹੋਏਗਾ A ਮਾਈਨਸ B ਦੇ ਮੋਡ ਦੇ, ਅਗਰ A ਪਰਪੈਂਡੀਕੂਲਰ ਹੋਏਗਾ B ਦੇ, ਉਦੋਂ ਹੀ ਇਹ ਪੋਸੀਬਲ ਹੈ ਅਗਰ A ਪਰਪੈਂਡੀਕੂਲਰ ਕਿਹਦੇ ਹੋਏਗਾ B ਦੇ ਪਰਪੈਂਡੀਕੂਲਰ ਹੋਏਗਾ। ਠੀਕ ਹੈ ਜੀ। क्वेश्चन नंबर 14, the angle between two vector A and B with magnitude √3 and 4। देखो A का मैग्नीट्यूड कितना है अपने को √3, B का मैग्नीट्यूड 4 एंड A डॉट B। हम A डॉट B आ गई तो मतलब cos थीटा की गल करांगे 2√3। ठीक है, डॉट प्रोडक्ट आ गई तो cos थीटा। तो cos थीटा अपना की होंगे, cos थीटा होंगे A डॉट B नीचे A का मैग्नीट्यूड B का मैग्नीट्यूड अप्लाई कर दो। ये आ गया 2√3 नीचे √3 इंटू 4 ना कट्या गया 2 नाल 4 कटता 1/2 1/2 किन्ने ते हुंदा हुंदा π/3 जिवें कि 60 डिग्री ते π/3 ऑप्शन नंबर बी राइट। क्वेश्चन 15, यूनिट वेक्टर परपेंडिकुलर टू ईच ऑफ द वेक्टर। परपेंडिकुलर वैक्टर आप किवें फाइंड करते हैं? 3D ਦੇ ਵਿੱਚ ਆਪਾਂ ਬਹੁਤ फाइंड ਕੀਤਾ ਹੈ। परपेंडिकुलर वैक्टर अगर ਆਪਾਂ फाइंड करना ਹੋਵੇ ਤਾਂ ਆਪਾਂ ਕਰਦੇ ਹੁੰਦੇ ਆ क्रॉस प्रोडक्ट। ਇੱਥੋਂ ਦੇਖੋ ਕਿਵੇਂ फाइंड ਕਰਾਂਗੇ, I J K ਇਹਦੇ एलिमेंट लिख लो 3 1 2, ਇਸ ਦੇ ਲਿਖ ਲਓ 2 -2 4। ਸਿੰਪਲੀ ਆਪਾਂ क्रॉस प्रोडक्ट करनी ਹੁੰਦੀ है अगर परपेंडिकुलर वैक्टर फाइंड करना हो तो। ठीक है जी, कर दो। I ਦਾ निकालो 4 + 4 8 माइनस J 12 और -4 8 प्लस K का कर दो -6 -2 -8। ठीक है जी, आ गया अपने को परपेंडिकुलर 8 उड़ा दिए सारे च घूमनी है तो I -J -K अपने को आ गया परपेंडिकुलर I -J -K। ठीक है, ये परपेंडिकुलर वैक्टर है बट उन्होंने आपको की किया यूनिट पर वैक्टर। यूनिट परपेंडिकुलर वैक्टर क्या है तो मतलब ये यूनिट वैक्टर बनाना पड़ेगा। यूनिट वैक्टर किमें बनावांगे, ਇਹਦਾ मैग्नीट्यूड। तो ਇਹਦਾ मैग्नीट्यूड आपको पता है सिंपली की आएगा √3। तो ये अपने को आंसर आ गया ऑप्शन नंबर, तो तीनों प्लस ने ਇਹਦੇ ਵਿੱਚ K माइनस होना चाहिए सी। आ राइट है जी, सी ऑप्शन -J -K आ भी रॉन्ग है, ऑप्शन नंबर सी राइट। बस ਤੁਸੀਂ ਧਿਆਨ ਰੱਖਣਾ ਅਗਰ ਕਿਤੇ ਵੀ ਆਪਾਂ ਨੂੰ परपेंडिकुलर वैक्टर फाइंड करना ਹੋਵੇ ਤਾਂ ਆਪਾਂ ਕਰਾਂਗੇ ਸਿੰਪਲੀ क्रॉस प्रोडक्ट। ठीक है, क्रॉस प्रोडक्ट इस टाइप का क्वेश्चन भी अपने एग्जाम ਦੇ ਵਿੱਚ ਆਇਆ ਹੋਇਆ ਮਾਸਟਰ ਕੈਡਰ ਦੇ। क्वेश्चन नंबर 16, तीन वैक्टर दे रखे ने, पूछा होया A B C की ने अपने को कोलिनियर ने नॉन कोलिनियर ने ਜਾਂ A भी परपेंडिकुलर है B C दे, A भी वैक्टर परपेंडिकुलर टू B C वैक्टर। तो चेक कर लेने आप सब तो पहला कोलिनियर नॉन कोलिनियर ही चेक कर लिए ना। लिखो 2 1 1 6 -1 2 ये लिख दो, फिर 14 -5 4 कर दो 2 नाल कीता -4 + 10 6 -1 नाल करो 24 -28 -4 +1 नाल करो -30
प्लस 14 माइनस था 16, 2×12 4 माइनस 16, 16 माइनस 16 जीरो, जीरो आ गया था कि हो गए कोलिनियर। ठीक है जी, ऑप्शन नंबर ए राइट। क्लियर, क्वेश्चन नंबर 16। ओके, ਸੋ ਅੱਜ ਆਪਣਾ ਕੰਮ ਇੰਨੇ ਕੀ ਸੀਗਾ ਜੀ। ਆਪਾਂ ਅੱਜ ਬੇਸਿਕ ਜਿਹਾ ਕੰਮ ਕੀਤਾ, ਬਿਲਕੁਲ ਬਿਲਕੁਲ ਬੇਸਿਕ ਜੋ ਲੋ ਲੈਵਲ ਦਾ ਹੁੰਦਾ ਹੈ। ਤਾਂ ਆਪਾਂ ਅੱਜ ਜ਼ਿਆਦਾ ਡਿਫਿਕਲਟੀ ਲੈਵਲ ਨਹੀਂ ਰੱਖਿਆ, ਕਿਉਂਕਿ ਤੁਹਾਨੂੰ ਵੈਕਟਰ ਦੇ ਬਾਰੇ ਪੂਰੀ ਚੰਗੀ ਤਰ੍ਹਾਂ ਡਿਟੇਲ ਮਿਲ ਗਈ ਹੋਏਗੀ। ਅੱਜ ਬੇਸਿਕ ਲੈਵਲ ਸੀ ਬਿਲਕੁਲ, ਕੱਲ ਤੋਂ ਆਪਾਂ ਹੋਰ ਟਫ ਲੈਵਲ ਕਰਾਂਗੇ ਦਾ। ਠੀਕ ਹੈ, ਹਾਈ ਲੈਵਲ ਦੇ ਕੁਐਸਚਨ ਕਰਨੇ ਨੇ ਅਜੇ ਤਾਂ। ਠੀਕ ਹੈ, ਤਾਂ ਅਗਰ ਕਲਾਸ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹਨੇ ਨਹੀਂ ਕੀਤਾ ਹੋਇਆ, ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਐਟ ਏ ਟਾਈਮ। 9 PM ਅਗਰ ਆਪਣੀ ਕਲਾਸ ਹੁੰਦੀ ਹੈ ਤਾਂ 9 PM ਤੁਹਾਨੂੰ ਨੋਟੀਫਿਕੇਸ਼ਨ ਆਏਗਾ ਅਗਰ ਤੁਹਾਡੀ ਬੈਲ ਆਈਕਨ ਪ੍ਰੈਸ ਹੋਏਗੀ। ਅਗਰ ਤੁਸੀਂ ਭੁੱਲਦੇ ਵੀ ਹੋਵੋਗੇ ਤਾਂ ਵੀ ਤੁਹਾਨੂੰ ਨੋਟੀਫਿਕੇਸ਼ਨ ਨਾਲ ਪਤਾ ਚੱਲ ਜਾਏਗਾ ਕਲਾਸ ਦਾ, ਤੇ ਤੁਸੀਂ ਆ ਸਕਦੇ ਹੋ। ਠੀਕ ਹੈ ਜੀ, ਔਰ ਕਮੈਂਟ ਜ਼ਰੂਰ ਕਰ ਦਿਆ ਕਰੋ ਕਲਾਸ ਕਿੱਦਾਂ ਦੀ ਲੱਗੀ ਤੁਹਾਨੂੰ। ਠੀਕ ਹੈ, ਕੋਈ ਸੁਜੈਸ਼ਨ ਹੋਣ ਤਾਂ ਉਹ ਵੀ ਜ਼ਰੂਰ ਦਿਆ ਕਰੋ। ਔਰ ਤੁਹਾਡੇ ਅਗਰ ਜੋ ਡਾਊਟਸ ਹੁੰਦੇ ਨੇ, 1 2 3, ਜ਼ਿਆਦਾ ਤਾਂ ਨਹੀਂ, ਅਗਰ ਤੁਹਾਡੇ 2 3 ਡਾਊਟ ਨੇ ਤਾਂ ਤੁਸੀਂ ਪਰਸਨਲੀ ਸੈਂਡ ਕਰ ਸਕਦੇ ਹੋ ਟੈਲੀਗ੍ਰਾਮ ਉੱਪਰ। ਠੀਕ ਹੈ, ਟੈਲੀਗ੍ਰਾਮ ਲਿੰਕ ਚੈਨਲ ਸ਼ਾਇਦ ਤੁਸੀਂ ਸਭ ਨੇ ਜੁਆਇਨ ਕੀਤਾ ਹੋਏਗਾ। ਟੈਲੀਗ੍ਰਾਮ ਉੱਪਰ ਪਲੀਜ਼ ਜ਼ਰੂਰ ਮੈਸੇਜ ਕਰ ਦਿਆ ਕਰੋ ਅਗਰ ਤੁਹਾਡੇ ਕੋਈ ਡਾਊਟ ਹੋਣ। ਕਮੈਂਟ ਬਾਕਸ ਦੇ ਵਿੱਚ ਵੀ ਡਾਊਟ ਕਰ ਸਕਦੇ ਹੋ, ਬਟ ਇੱਥੇ ਥੋੜ੍ਹਾ ਟਾਈਪ ਕਰਨਾ ਔਖਾ ਹੁੰਦਾ ਮੇਰੇ ਹਿਸਾਬ ਨਾਲ, ਤਾਂ ਤੁਸੀਂ ਟੈਲੀਗ੍ਰਾਮ ਉੱਪਰ ਜ਼ਰੂਰ ਆਪਣਾ ਕਰ ਦਿਆ ਕਰੋ। ਠੀਕ ਹੈ ਜੀ, ਤਾਂ ਥੈਂਕ ਯੂ, ਮਿਲਦੇ ਹਾਂ ਕੱਲ ਨਵੀਂ ਕਲਾਸ ਦੇ ਨਾਲ। ਓਕੇ, ਟੇਕ ਕੇਅਰ, ਬਾਏ ਬਾਏ।